Hello students, myself Ramneek Singh, lecturer physics, Arniwala Sheikh Subhan। ਅੱਜ ਅਸੀਂ ਡਿਸਕਸ ਕਰਾਂਗੇ ਕੰਜ਼ਰਵੇਟਿਵ ਫੋਰਸਿਸ। ਬਟ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਅਸੀਂ ਲਾਸਟ ਟਾਈਮ ਜਿਹੜਾ ਲੈਕਚਰ ਹੈ ਜਿਹਦੇ ਵਿੱਚ ਅਸੀਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੀ ਜਿਹੜੀ ਡੈਫੀਨੇਸ਼ਨ ਹੈ ਉਹਨੂੰ ਅਸੀਂ ਕਲੀਅਰ ਦੁਬਾਰਾ ਕਰ ਲਈਏ ਥੋੜਾ ਜਿਹਾ। ਜਿਹੜਾ ਅਸੀਂ ਕੱਲ ਡਿਸਕਸ ਕੀਤਾ ਸੀਗਾ, ਆਪਾਂ ਉਹਦੇ 'ਚ ਕੀ ਸਪੋਜ਼ ਕੀਤਾ ਸੀਗਾ ਵੀ ਇੱਕ ਸੋਰਸ ਚਾਰਜ ਹੈ ਜਿਹੜਾ ਆਪਣੇ ਕੋਲੇ ਪਿਆ ਕਿਸੇ ਪੁਆਇੰਟ ਤੇ, ਆਪਾਂ ਉਹਨੂੰ ਓਰੀਜਨ ਲੈ ਕੇ ਚੱਲੇ ਸੀ। ਠੀਕ ਹੈ ਜੀ, ਹਾਂ ਕੋਈ ਪੁਆਇੰਟ A ਹੈ, ਇਹ ਵਾਲਾ ਪੁਆਇੰਟ ਆਪਣੇ ਕੋਲ ਕੀ ਹੈ, B ਹੈ। ਇਹਦੇ ਤੋਂ ਆਪਾਂ ਕੀ ਕਰ ਰਹੇ ਹਾਂ, ਆਪਾਂ ਇੱਕ ਯੂਨਿਟ ਪੋਜ਼ਿਟਿਵ ਚਾਰਜ ਨੂੰ ਮੂਵ ਕਰਕੇ A ਪੁਆਇੰਟ ਤੱਕ ਲੈ ਕੇ ਆਏ ਸੀ। ਠੀਕ ਹੈ ਜੀ, ਜਿਹੜਾ ਇਹਦਾ ਡਿਸਟੈਂਸ ਸੀ ਆਪਣੇ ਕੋਲੇ R of A। ਠੀਕ ਹੈ ਜੀ, ਤੇ B ਦਾ ਆਪਾਂ ਲਿਆ ਸੀ R of B। ਇਨ ਬਿਟਵੀਨ ਅਸੀਂ ਕੋਈ ਦੋ ਪੁਆਇੰਟ ਲਏ ਸੀ P ਤੇ Q, ਜਿਨ੍ਹਾਂ ਦੇ ਵਿਚਕਾਰ ਦਾ ਡਿਸਟੈਂਸ ਅਸੀਂ ਲਿਆ ਸੀ DR। ਇੱਥੇ ਸਮਾਲ ਅਮਾਊਂਟ ਆਫ ਦੀ ਵਰਕ ਡਨ ਕੈਲਕੂਲੇਟ ਕੀਤਾ ਸੀ, ਫਿਰ ਅਸੀਂ ਉਹ A to B ਨੂੰ ਐਕਸਟੈਂਡ ਕੀਤਾ ਸੀਗਾ। ਠੀਕ ਹੈ ਜੀ, ਜਿਹੜਾ ਸਾਡੇ ਕੋਲ ਰਿਜ਼ਲਟ ਆਇਆ ਸੀ ਵਰਕ ਡਨ ਦਾ, ਅਸੀਂ B to A ਡਿਵਾਈਡ ਬਾਈ Q ਨੋਟ ਇਜ਼ ਇਕੁਅਲ ਟੂ 1/4πε0 Q। ਠੀਕ ਹੈ ਜੀ, 1/R of A minus 1/R of B। ਇਹ ਸਾਡੇ ਕੋਲ ਰਿਜ਼ਲਟ ਆਇਆ ਸੀ। R of A ਤੇ R of B ਆਪਣੇ ਕੋਲ ਕੀ ਹੈ, ਇਹ ਹੈਗੇ ਡਿਸਟੈਂਸ ਆਫ ਦੀ ਪੁਆਇੰਟ A ਫਰੋਮ ਦੀ ਸੋਰਸ ਚਾਰਜ ਕਹਿ ਲਓ ਜਾਂ ਓਰੀਜਨ, ਕਿਉਂਕਿ ਸੋਰਸ ਚਾਰਜ ਨੂੰ ਅਸੀਂ ਓਰੀਜਨ ਦੇ ਉੱਪਰ ਰੱਖਿਆ ਹੋਇਆ ਹੈ। ਤੇ ਜਿਹੜਾ ਇਹ ਆਪਣੇ ਕੋਲ Q ਹੈ, ਇਹ ਆਪਣੇ ਕੋਲ ਜਿਹੜਾ ਪੋਟੈਂਸ਼ੀਅਲ ਦੇ ਫਾਰਮੂਲੇ 'ਚ ਆ ਰਿਹਾ ਆਪਣੇ ਕੋਲ ਕਿਹੜਾ ਸੋਰਸ ਚਾਰਜ ਹੈ। ਠੀਕ ਹੈ ਜੀ, ਇਸ ਇਕੁਏਸ਼ਨ ਨੂੰ ਆਪਾਂ ਯਾਦ ਰੱਖਣਾ। ਆਪਾਂ ਹੁਣ ਇਹਨੂੰ ਯੂਟੀਲਾਈਜ਼ ਕਰਦੇ ਹਾਂ। ਇਹਨੂੰ ਜਦੋਂ ਅਸੀਂ ਖੋਲ੍ਹਿਆ ਸੀ ਤਾਂ ਇਹ ਸਾਡੇ ਕੋਲ ਇਕੁਏਸ਼ਨ ਬਣ ਗਈ ਸੀ Q ਡਿਵਾਈਡ ਬਾਏ 4πε0 RA ਮਾਈਨਸ Q ਡਿਵਾਈਡ ਬਾਏ 4πε0 R of B। ਇਹਨੂੰ ਆਪਾਂ ਕੀ ਕਿਹਾ ਸੀਗਾ, V of A ਮਾਈਨਸ V of B। ਠੀਕ ਹੈ ਜੀ, ਇਹਦਾ ਮਤਲਬ ਜਿਹੜੀ ਸਾਡੇ ਕੋਲ ਆ ਵੈਲਿਊ ਆਈ ਸੀ W of B ਬਾਏ A ਡਿਵਾਈਡ ਬਾਏ Q ਨੋਟ ਹੈ, ਉਹ V of AB ਦੇ ਬਰਾਬਰ ਆਈ ਸੀ, ਜਿਹਨੂੰ ਅਸੀਂ B to A, ਕਿਉਂਕਿ ਅਸੀਂ B to A ਮੂਵ ਕਰਕੇ ਆਏ ਹਾਂ। ਠੀਕ ਹੈ ਜੀ, ਇਹ ਸੀ ਜਿਹੜਾ ਕੱਲ ਅਸੀਂ ਬੇਸਿਕ ਡੈਫੀਨੇਸ਼ਨ ਹੈ ਜਿਹੜੀ ਮੈਥਮੈਟੀਕਲ ਫਾਰਮ ਦੇ ਵਿੱਚ ਰਿਵਾਈਜ਼ ਕੀਤੀ ਸੀ। ਤੇ ਅਸੀਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਨੂੰ ਥਿਓਰੈਟੀਕਲੀ ਕਿਵੇਂ ਡਿਫਾਈਨ ਕੀਤਾ ਸੀ। ਆਪਾਂ ਕਿਹਾ ਸੀ ਜਿੱਥੇ ਵੀ ਸ਼ਬਦ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਆ ਜਾਏ ਉੱਥੇ ਵਰਕ ਡਨ ਲਾਜ਼ਮੀ ਆਊਗਾ, ਜ਼ਰੂਰ ਹੀ ਆਊਗਾ। ਸੋ ਆਪਾਂ ਕਿਹਾ ਸੀਗਾ ਇਟ ਇਜ਼ ਦੀ ਅਮਾਊਂਟ ਆਫ ਦੀ ਵਰਕ ਡਨ ਟੂ ਮੂਵ ਆ ਚਾਰਜ, ਇਹ ਤੇ ਯੂਨਿਟ ਟੈਸਟ ਚਾਰਜ ਹੈ, ਫਰੋਮ ਵਨ ਪੁਆਇੰਟ ਟੂ ਅਦਰ ਪੁਆਇੰਟ। ਠੀਕ ਹੈ ਜੀ, ਇਨ ਦੀ ਫੀਲਡ ਆਫ ਦੀ ਸੋਰਸ ਚਾਰਜ, ਇਨ ਦੀ ਫੀਲਡ ਆਫ ਦੀ ਸੋਰਸ ਚਾਰਜ। ਜੇਕਰ ਸੋਰਸ ਚਾਰਜ ਅਵੇਲੇਬਲ ਨਹੀਂ ਹੈ ਤਾਂ ਇੱਥੇ Q ਦੀ ਵੈਲਿਊ 0 ਹੋ ਜਾਏਗੀ ਤੇ ਜਿਹੜਾ ਆਪਣੇ ਕੋਲ ਵਰਕ ਡਨ ਹੈ ਆਪਣੇ ਕੋਲ 0 ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਇਲੈਕਟ੍ਰਿਕ ਫੀਲਡ ਕੀ ਹੁੰਦੀ ਹੈ, ਰੇਡੀਅਲੀ ਆਊਟਵਰਡ। ਇਸ ਲਈ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆਪਣੇ ਕੋਲ ਇਸ ਡਾਇਰੈਕਸ਼ਨ 'ਚ ਸੀ ਤੇ ਅਸੀਂ ਮੂਵ ਕਿਹੜੀ ਸਾਈਡ ਤੇ ਕਰ ਰਹੇ ਹਾਂ, ਅਸੀਂ ਇਸ ਡਾਇਰੈਕਸ਼ਨ 'ਚ ਮੂਵ ਕਰ ਰਹੇ ਹਾਂ, ਕਿਉਂਕਿ ਅਸੀਂ ਚਾਰਜ B ਤੋਂ A ਪੁਆਇੰਟ ਤੱਕ ਹੈ ਜਿਹੜਾ ਮੂਵ ਕਰਕੇ ਲੈ ਕੇ ਆ ਰਹੇ ਹਾਂ। ਠੀਕ ਹੈ ਜੀ, ਨਾਲ ਜਿਹੜਾ ਇਹਦੇ 'ਚ ਮੋਸਟ ਇੰਪੋਰਟੈਂਟ ਪੁਆਇੰਟ ਅਸੀਂ ਕਿਹਾ ਸੀ ਯਾਦ ਰੱਖਣ ਨੂੰ, ਉਹ ਕਿਹਾ ਸੀਗਾ ਵਿਦਾਊਟ ਐਕਸਲਰੇਸ਼ਨ। ਵਿਦਾਊਟ ਐਕਸਲਰੇਸ਼ਨ ਕਹਿਣ ਦਾ ਮਤਲਬ ਜਦੋਂ ਅਸੀਂ ਚਾਰਜ ਨੂੰ B ਪੁਆਇੰਟ ਤੋਂ A ਪੁਆਇੰਟ ਤੱਕ ਲੈ ਕੇ ਆਉਣਾ ਤਾਂ ਵੈਰੀ ਸਲੋਲੀ ਲੈ ਕੇ ਆਉਣਾ, ਵਿਦਾਊਟ ਐਨੀ ਐਕਸਲਰੇਸ਼ਨ। ਕਿਉਂਕਿ ਜੇਕਰ ਐਕਸਲਰੇਸ਼ਨ ਵਿੱਚ ਆ ਗਈ, ਚਾਰਜ ਆਪਣੇ ਕੋਲ ਕੀ ਹੈ, ਐਕਸਲਰੇਟਿਡ ਚਾਰਜ ਕੀ ਕਰਦੇ ਆ, ਰੇਡੀਏਟ એનર્ਜੀ ਕਰਦੇ ਆ, ਉੱਥੇ ਆਪਣਾ ਇਹ ਕਨਸੈਪਟ ਗਲਤ ਹੋਊਗਾ। ਠੀਕ ਹੈ ਜੀ, ਸਲੋਲੀ ਮੂਵ ਕਰਨ ਦੇ ਵਿੱਚ ਆਪਾਂ ਕੱਲ ਵੀ ਆਪਾਂ ਗੱਲ ਕੀਤੀ ਸੀ ਵੀ ਆਪਣੇ ਕੋਲ ਕੀ ਹੋਊਗਾ, ਵੀ ਆਰ ਮੂਵਿੰਗ ਅਗੇਂਸਟ ਦੀ ਰਿਪਲਸਿਵ ਫੋਰਸ। ਰਿਪਲਸਿਵ ਫੋਰਸ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੇ ਅਕੋਰਡਿੰਗਲੀ ਆਪਾਂ ਵੇਖੀਏ Q into E ਹੈ ਜਿਹੜੀ ਆਪਣੇ ਕੋਲੇ ਲੱਗ ਰਹੀ ਹੈ। ਠੀਕ ਹੈ ਜੀ, ਇਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਫੋਰਸ ਲੱਗ ਰਹੀ ਹੈ, ਅਸੀਂ ਇਸ ਫੋਰਸ ਦੇ ਅਗੇਂਸਟ ਮੂਵ ਕਰਨਾ, ਰਿਪਲਸਿਵ ਫੋਰਸ ਦੇ। ਇਹਦਾ ਮਤਲਬ ਅਸੀਂ ਐਕਸਟਰਨਲ ਫੋਰਸ ਕਿੰਨੀ ਅਪਲਾਈ ਕਰਨੀ ਹੈ, ਘੱਟੋ ਘੱਟ ਇਹਦੇ ਇਕੁਅਲ ਤੇ ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਤਾਂ ਕਿ ਇਹ ਦੋਵੇਂ ਆਪਸ ਦੇ ਵਿੱਚ ਕੀ ਹੋ ਜਾਣ, ਬੈਲੈਂਸ ਹੋ ਜਾਣ ਤੇ ਜਿਹੜੀ ਨੈਟ ਫੋਰਸ ਆ ਆਪਣੇ ਕੋਲ ਕਿੰਨੀ ਹੋ ਜੇ, ਚੇਂਜ ਆਫ ਫੋਰਸ ਆਪਣੇ ਕੋਲ 0 ਹੋ ਜੇ। ਆਪਾਂ ਨੂੰ ਪਤਾ ਵੀ ਇਹ MA ਇਜ਼ ਇਕੁਅਲ ਟੂ 0 ਤਾਂ A ਇਜ਼ ਇਕੁਅਲ ਟੂ 0 ਹੋ ਜੇ। ਠੀਕ ਹੈ ਜੀ, ਤੇ A ਦੀ ਵੈਲਿਊ ਆਪਣੇ ਕੋਲ ਕੀ ਹੈ, dV/dt। ਕਹਿਣ ਦਾ ਮਤਲਬ ਰੇਟ ਆਫ ਦੀ ਚੇਂਜ ਆਫ ਦੀ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ 0 ਹੈ ਤਾਂ V ਆਪਣੇ ਕੋਲ ਕੀ ਹੋ ਜੇ, ਕਾਂਸਟੈਂਟ।
कहने का मतलब मोशन किस तरह का होना चाहिए, यूनीफॉर्म। ਹੁਣ क्वेश्चन ये है भी जेकर एक्सटर्नल फोर्स क्यू तो ज़्यादा हो जाए तो की होगा, तो नैट वैल्यू ऑफ दी फोर्स आ जाएगी इतने अपने को, जीरो नहीं आऊगी। जे जीरो नहीं आऊगी तो एक्सलरेटेड जी एक्सलरेशन वो जीरो नहीं होगी, तो मोशन है जो एक्सलरेटेड हो जाएगा, यूनीफॉर्म नहीं होएगा। ठीक है जी, ये असी कल जो बेसिक जो स्टार्ट किया उनकी डेफिनेशन उत्थे असी पॉइंट क्लीयर किया। दोबारा आप डेफिनेशन बोलते हैं जी मोस्ट इंपॉर्टेंट है। इलेक्ट्रोस्टैटिक पोटेंशियल इज द अमाउंट ऑफ द वर्क डन टू मूव अ यूनिट पॉजिटिव चार्ज या चार्ज फ्रॉम वन पॉइंट टू द अनदर पॉइंट विदाउट एक्सलरेटिंग इट इन द फील्ड ऑफ द सोर्स चार्ज। ठीक है जी, आ चीज़ असी जी कल ड्राइव कर ली सी। हुण असी फाइनल रिजल्ट नूं डिस्कस करांगे। ठीक है जी, हुण असी आपदे मेन मुद्दे ते आउणे। जिहड़ा अज दा अपना आर्टिकल है व्हाट आर कंजरवेटिव फोर्सिस। कंजरवेटिव फोर्सिस नूं दो डेफिनेशन के अकॉर्डिंगली है जिहड़ा वो आपां डिफाइन कर सकते हैं। फर्स्ट डेफिनेशन की है भी जिहड़ा वर्क डन है फोर्स द्वारा वो अपने कोल की होवे इंडिपेंडेंट ऑफ द पाथ फॉलोड। वो पाथ किहड़ा फॉलो किया है उस चीज़ पर डिपेंड ना करे, बट ये चीज़ पर डिपेंड करे कि फाइनल पोजीशन की सी ते इनीशियल पोजीशन की सी। जेकर कोई फोर्स द्वारा वर्क डन किया गया है, जेकर वो इस क्राइटेरीए नूं की करता है फॉलो करता है, तो वो वाली फोर्स है जिन्हें वर्क डन किया वो अपने कोल किस तरह की होगी, वो कंजरवेटिव होगी। कहने का मतलब इफ द वर्क डन बाय अ फोर्स इज इंडिपेंडेंट ऑफ द पाथ फॉलोड बट डिपेंड्स अपॉन द फाइनल एंड द इनीशियल पोजीशन ऑफ द बॉडी। ठीक है जी, दैन द फोर्स इज सैट टू बी कंजरवेटिव इन नेचर। ठीक है, असी पहली डेफिनेशन के अकॉर्डिंगली आप देखिए भी असी जिहड़ा रिजल्ट है वो ड्राइव किया सीगा। इहदे विच देखो ए तो लैके बी तक पाथ किस तरह नाल फॉलो किया, इस चीज़ का कोई जिक्र नहीं आ रहा। बट फाइनल रिजल्ट के किहड़े दो पॉइंट आ रहे हैं, आर ए ते आर बी। किहड़े पॉइंट आ रहे हैं, आर ए ते आर बी। आर ए ते आर बी की, आर बी अपने आर ए की है अपने को फाइनल पोजीशन है, तो आर ए अपने को की इनीशियल। क्योंकि असी आर बी तो चले सी ते आर ए तक असी आए हैं। इहदा मतलब जिहड़ा वर्क डन इत्थे अपने को फोर्स ने किया, किहड़ी फोर्स है जी ये फोर्स एफ इक्वल टू क्यू इंटू ई, उस फोर्स के अगेंस्ट सानू जिहड़ा करना पिया वो किस चीज़ पर डिपेंड करता है, वो फाइनल तो इनीशियल पोजीशन पर डिपेंड करता है, पाथ पर डिपेंड नहीं करता भी किस तरह का पाथ फॉलो होया। इसलिए आप की कह सकते हैं भी जी इस इलैक्ट्रिक फील्ड करके जी फोर्स जनरेट हो रही है वो किस तरह की है, दैट विल बी कंजरवेटिव इन नेचर। फस्ट डेफिनेशन साडे कोल क्लीयर होगी। जेकर अपने कोल क्वेश्चन आ जाता है भी शो दैट वर्क डन बाय द फोर्स इज इंडिपेंडेंट ऑफ द पाथ फॉलोड बट डिपेंड्स अपॉन फाइनल एंड इनीशियल पोजीशन, तो असी सारा आर्टिकल है जिहड़ा ये ड्राइव कर देंगे। ठीक है जी, सैकेंड डेफिनेशन देखो, इसे नूं असी जेकर क्लोज्ड पाथ की फॉर्म दे विच जेकर असी शिफ्ट कर दिंने वर्क डन बाय अ फोर्स, इत्थे मोस्ट इंपॉर्टेंट पॉइंट की है, अराउंड अ क्लोज्ड पाथ। कहने का मतलब फाइनल तो इनीशियल पॉइंट अपने कोल की हो जाएंगे, सेम हो जाएंगे। क्योंकि क्लोज्ड पाथ का मतलब की होंगे जिहड़े पॉइंट तो असी मूव करना शुरू किया वापस उस पॉइंट पर अपने को जे असी आ जाने हैं तो पाथ किस तरह का हो जाता है, क्लोज्ड पाथ हो जाता है। इसका मतलब फाइनल तो इनीशियल पोजीशन भी की होएगी, जिथे इत्थे असी पुट करते हैं आर ए तो आर बी सेम होएगी, तो वर्क डन कितना होएगा अपने को जीरो। वर्क डन कितना होएगा, जीरो। इसका मतलब ये चीज़ असी सैकेंड डेफिनेशन भी फस्ट तो ही ड्राइव की है भी जेकर अपने को की है वर्क डन अराउंड अ क्लोज्ड पाथ बाय अ फोर्स इज जीरो। ठीक है जी, तो अपने को की होएगा जिहड़ा फोर्स होएगा वो किस तरह की होगी, इट विल बी कंजरवेटिव इन नेचर। ठीक है जी, इसे चीज़ को आप अगे अगले वाली स्लाइड के शो किया होया जीरो वर्क डन वाली नूं। देखो जी अराउंड अ क्लोज्ड पाथ जिहड़े आप हुणे आप इत्थे आप इनका स्मॉल पार्ट है जिहड़ा शो किया होया, एक्चुअल दे विच सोर्स चार्ज भी है कि जिवें आप लास्ट टाइम ये ड्रॉ किया सीगा भी एक सोर्स चार्ज, क्योंकि जो सोर्स चार्ज नहीं होएगा तो वर्क डन की वैल्यू अपने को की आएगी, जीरो आएगी। ठीक है जी, बी पॉइंट तो असी ए पॉइंट तक मूव करके आए तो वर्क डन कितना होया, डब्ल्यू ऑफ बी है। फिर असी ए पॉइंट तो दोबारा मूव करके बी पॉइंट तक चले गए तो वर्क डन साडे कोल की होगा, ए टू बी। ठीक है जी, पाथ किस तरह का हो गया, क्लोज्ड पाथ हो गया। टोटल वर्क डन साडे कोल कितना होएगा अराउंड अ क्लोज्ड पाथ, जैसे कैलकुलेट करना चाहिए साडे कोल डब्ल्यू ऑफ बी है
प्लस W ऑफ AB ਦੇ ਬਰਾਬਰ ਹੋਵੇਗਾ। W ऑफ BA प्लस W ऑफ AB ਦੇ ਬਰਾਬਰ ਹੋਵੇਗਾ। ਠੀਕ ਹੈ ਜੀ। ਕਿਹਨੂੰ ਆਪਾਂ ਇੱਥੋਂ ਲੈ ਕੇ ਆਏ Q0 ਟੈਸਟ ਚਾਰਜ ਨੂੰ ਅਸੀਂ ਮੂਵ ਕਰ ਰਹੇ ਹਾਂ, ਇਹਦੇ ਥੱਲੇ ਆਪਣੇ ਕੋਲ Q0 ਠੀਕ ਹੈ ਜੀ। ਹੁਣ ਇਹਦੀ ਵੈਲਿਊ ਅਸੀਂ ਡਰਾਈਵ ਕਰ ਚੁੱਕੇ ਹਾਂ। ਇਹ ਵੈਲਿਊ ਆਪਣੇ ਕੋਲ ਕਿੰਨੀ ਆਈ ਸੀਗੀ, ਇਹ ਆਈ ਸੀ V ऑफ A ਮਾਈਨਸ V ऑफ B। ਇਹਦੀ ਵੈਲਿਊ ਆਪਣੇ ਕੋਲ ਕਿੰਨੀ ਆਈ ਸੀਗੀ, V ऑफ B ਮਾਈਨਸ V ऑफ A। ਦੇਖੋ ਜੇਕਰ ਅਸੀਂ B to A ਮੂਵ ਕਰਕੇ ਆ ਰਹੇ ਤਾਂ ਰਿਜ਼ਲਟ ਆਇਆ ਸੀ AB, V ऑफ A ਮਾਈਨਸ V ऑफ B। ਤੇ ਜੇਕਰ ਅਸੀਂ A to B ਮੂਵ ਕਰਕੇ ਜਾ ਰਹੇ ਤਾਂ ਰਿਜ਼ਲਟ ਕੀ ਆਊਗਾ, V ऑफ B ਮਾਈਨਸ V ऑफ A। ਕਿਉਂਕਿ ਜਿਹੜਾ ਕਲੋਜ਼ਰ ਪੁਆਇੰਟ ਹੈ ਉੱਥੇ ਤੱਕ ਆਉਣ ਲਈ ਸਾਨੂੰ ਵਰਕ ਡਨ ਕਰਨਾ ਪਿਆ, ਤੇ ਉਹ ਵਰਕ ਡਨ ਪੋਟੈਂਸ਼ੀਅਲ ਦੀ ਫਾਰਮ ਦੇ ਵਿੱਚ ਕੀ ਹੋਇਆ ਨਾ, ਪੋਟੈਂਸ਼ੀਅਲ એનર્ਜੀ ਦੀ ਫਾਰਮ 'ਚ ਸਟੋਰ ਹੋਣਾ, ਤੇ ਉੱਥੇ એનર્ਜੀ ਜ਼ਿਆਦਾ ਹੋਣੀ ਹੈ। ਇਹਦਾ ਮਤਲਬ ਜਿਹੜਾ ਆਪਣੇ ਕੋਲ ਪੁਆਇੰਟ ਕਲੋਜ਼ਰ ਟੂ ਦੀ ਸੋਰਸ ਚਾਰਜ ਹੈ ਉੱਥੇ ਆਪਣੇ ਕੋਲ ਵੈਲਿਊ ਕੀ ਹੋਣੀ ਹੈ, ਜ਼ਿਆਦਾ ਹੋਣੀ ਹੈ। ਠੀਕ ਹੈ ਜੀ। ਤੇ ਪੋਟੈਂਸ਼ੀਅਲ ਜਿਵੇਂ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ, ਪੋਟੈਂਸ਼ੀਅਲ ਡਿਫਰੈਂਸ ਹੁੰਦਾ, ਤਾਂ ਕਰਕੇ ਜਿਹੜਾ ਉਹ ਡਿਫਰੈਂਸ ਲਿਆ ਜਾਂਦਾ। ਇੱਥੋਂ ਅਸੀਂ ਜਿਹਨੂੰ ਸੋਲਵ ਕਰੀਏ ਤਾਂ ਟੋਟਲ ਵਰਕ ਡਨ ਅਰਾਊਂਡ ਅ ਕਲੋਜ਼ਡ ਪਾਥ ਕਿੰਨਾ ਆ ਗਿਆ, ਆਪਣੇ ਕੋਲ 0 ਆ ਗਿਆ। ਠੀਕ ਹੈ ਜੀ। ਇਸੇ ਚੀਜ਼ ਨੂੰ ਆਪਾਂ ਜਿਵੇਂ ਆਪਾਂ ਲਾਸਟ ਆਰਟੀਕਲ ਕੀਤਾ ਸੀਗਾ, ਜਿਹੜਾ ਅਸੀਂ ਫਾਈਨਲ ਰਿਜ਼ਲਟ ਕੱਢਿਆ ਸੀਗਾ ਵੀ Q/4πε0 1/RA ਮਾਈਨਸ 1/R ਆਫ B, ਇਹ ਵੀ ਆਪਾਂ ਲਿਖ ਸਕਦੇ ਹਾਂ। ਇਹ VA VB ਦੀ ਥਾਂ ਤੇ ਆਪਾਂ ਆਹ ਵਾਲੀ ਇਕੁਏਸ਼ਨ ਵੀ ਲਿਖ ਸਕਦੇ ਹਾਂ, ਇਹਦੀ ਥਾਂ ਤੇ ਵੀ ਅਸੀਂ ਦੂਸਰੀ ਇਕੁਏਸ਼ਨ ਲਿਖ ਸਕਦੇ ਹਾਂ। ਇੱਥੇ RA ਤੇ RB ਹੈ ਜਿਹੜੇ ਉਹ ਕੈਂਸਲ ਹੋ ਜਾਣਗੇ, ਤੇ ਟੋਟਲ ਵਰਕ ਡਨ ਫਿਰ ਕਿੰਨਾ ਹੋ ਜਾਏਗਾ, 0 ਹੋ ਜਾਏਗਾ। ਠੀਕ ਹੈ ਜੀ। ਸੋ ਆਪਾਂ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ। ਆਹ ਚੀਜ਼ ਦੇਖੋ ਸਾਰੀ ਇੱਥੇ ਆ ਕਲੀਅਰ ਕੀਤੀ ਹੋਏਗੀ, ਤੁਸੀਂ ਰੀਡ ਕਰੋਗੇ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ। ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਅਸੀਂ ਅਰਾਊਂਡ ਆ ਕਲੋਜ਼ਡ ਪਾਥ ਮੂਵ ਕਰਨਾ ਹੈ, ਜੇਕਰ ਟੋਟਲ ਵਰਕ ਡਨ ਹੈ ਜੇ ਆਪਣੇ ਕੋਲ ਕੀ ਆ ਗਿਆ, 0 ਆ ਗਿਆ, ਤਾਂ ਉਹ ਫੋਰਸ ਕਿਸ ਤਰ੍ਹਾਂ ਦੀ ਹੋਵੇਗੀ, ਆਪਣੇ ਕੋਲੇ ਉਹ ਕੰਜ਼ਰਵੇਟਿਵ ਇਨ ਨੇਚਰ ਹੋਵੇਗੀ। ਠੀਕ ਹੈ ਜੀ। ਇਹ ਦੋ ਡੈਫੀਨੇਸ਼ਨਸ ਹੈ ਜਿਹੜੀਆਂ ਆਪਾਂ ਯਾਦ ਰੱਖਣੀਆਂ। ਠੀਕ ਹੈ ਜੀ। ਲਓ ਜੀ, ਨੈਕਸਟ ਆਰਟੀਕਲ ਆਪਣੇ ਕੋਲ ਦੇਖੋ ਕੀ ਹੈ। ਇਹਦੇ ਵਿੱਚ ਆਪਾਂ ਰਿਲੇਸ਼ਨ ਕੈਲਕੂਲੇਟ ਕਰਨਾ ਹੈ ਇਲੈਕਟ੍ਰਿਕ ਫੀਲਡ ਤੇ ਪੋਟੈਂਸ਼ੀਅਲ ਗ੍ਰੇਡੀਐਂਟ ਦੇ ਵਿਚਕਾਰ। ਹੁਣ ਇੱਥੇ ਇੱਕ ਸ਼ਬਦ ਹੈ ਜਿਹੜਾ ਸਾਡੇ ਕੋਲ ਆਇਆ, ਗ੍ਰੇਡੀਐਂਟ। ਗ੍ਰੇਡੀਐਂਟ ਦਾ ਮਤਲਬ ਕੀ ਹੈ, ਗ੍ਰੇਡੀਐਂਟ ਦਾ ਮਤਲਬ ਹੈ ਵਿਦ ਰਿਸਪੈਕਟ ਟੂ ਡਿਸਟੈਂਸ। ਕਹਿਣ ਦਾ ਮਤਲਬ ਜਦੋਂ ਅਸੀਂ ਡਿਸਟੈਂਸ ਜਾਂ ਡਿਸਪਲੇਸਮੈਂਟ, ਜਦੋਂ ਅਸੀਂ ਇੱਕ ਪਲੇਸ ਤੋਂ ਦੂਸਰੇ ਪਲੇਸ ਤੱਕ ਮੂਵ ਕਰੀਏ ਉਦੋਂ ਇਹਦੇ ਨਾਲ ਕਿਹੜਾ ਸ਼ਬਦ ਆਇਆ, ਪੋਟੈਂਸ਼ੀਅਲ। ਸੋ ਵਾਟ ਇਜ਼ ਪੋਟੈਂਸ਼ੀਅਲ ਗ੍ਰੇਡੀਐਂਟ। ਪੋਟੈਂਸ਼ੀਅਲ ਗ੍ਰੇਡੀਐਂਟ ਕੀ ਹੈ ਆਪਣੇ ਕੋਲੇ, ਇਹ ਹੈਗੀ ਹੈ ਆਪਣੇ ਕੋਲੇ ਚੇਂਜ ਇਨ ਪੋਟੈਂਸ਼ੀਅਲ ਐਜ਼ ਵੀ ਮੂਵ ਫਰੋਮ one point to the another। ਜੇਕਰ ਅਸੀਂ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਮੂਵ ਕਰਕੇ ਜਾਂਦੇ ਜਿਨ੍ਹਾਂ ਦੀ ਪੋਟੈਂਸ਼ੀਅਲ ਦੀ ਵੈਲਿਊ ਅਲੱਗ-ਅਲੱਗ ਹੋਵੇ ਤਾਂ ਚੇਂਜ ਇਨ ਪੋਟੈਂਸ਼ੀਅਲ ਆਏਗਾ। ਪਰ ਚੇਂਜ ਇਨ ਪੋਟੈਂਸ਼ੀਅਲ ਕਿਹਦੇ ਵਿਦ ਰਿਸਪੈਕਟ ਟੂ ਆਇਆ, ਡਿਸਟੈਂਸ ਦੇ, ਤਾਂ ਉਹਨੂੰ ਚੇਂਜ ਇਨ ਪੋਟੈਂਸ਼ੀਅਲ ਨਹੀਂ ਆਪਾਂ ਕਹਿੰਦੇ, ਆਪਾਂ ਉਹਨੂੰ ਕਹਿੰਦੇ ਪੋਟੈਂਸ਼ੀਅਲ ਗ੍ਰੇਡੀਐਂਟ। ਠੀਕ ਹੈ ਜੀ। ਇਹਨੂੰ ਅਸੀਂ dV/dr ਇੰਸਟੈਂਟੇਨੀਅਸ ਜੇ ਅਸੀਂ ਸ਼ੋਅ ਕਰਨਾ ਤਾਂ ਇਹਨੂੰ ਅਸੀਂ ਸ਼ੋਅ ਕਰ ਸਕਦੇ ਹਾਂ। ਠੀਕ ਹੈ ਜੀ। ਕਹਿਣ ਦਾ ਮਤਲਬ ਇਸ ਆਰਟੀਕਲ ਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ, E ਤੇ dV/dr ਦੇ ਵਿਚਕਾਰ ਆ ਜਿਹੜਾ ਉਹ ਅਸੀਂ ਰਿਲੇਸ਼ਨ ਕੈਲਕੂਲੇਟ ਕਰਨਾ ਚਾਹੁੰਦੇ ਹਾਂ। ਸਾਨੂੰ ਪਤਾ ਵੀ ਰਿਲੇਸ਼ਨ ਆਏਗਾ, ਯਾਦ ਰੱਖਣਾ, E = -dV/dr। ਹੁਣ ਆਪਾਂ ਇਹਦੇ ਬਾਰੇ ਡਿਸਕਸ ਕਰਦੇ ਹਾਂ ਵੀ ਇਸ ਆਰਟੀਕਲ ਨੂੰ ਕਿਵੇਂ ਡਰਾਈਵ ਕਰਨਾ ਹੈ। ਠੀਕ ਹੈ ਜੀ। ਲਓ ਬੇਟੇ, ਆਪਾਂ ਜਿਹੜੇ ਇਸ ਚੈਪਟਰ ਦੇ ਵਿੱਚ ਆਰਟੀਕਲ ਹੈ, ਦੇਖੋ ਆਪਾਂ ਗੱਲ ਕਰ ਰਹੇ ਹਾਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੀ, ਤਾਂ ਦਿਮਾਗ ਦੇ ਵਿੱਚ ਇੱਕ ਗੱਲ ਫੀਡ ਕਰ ਲਓ, ਇੱਥੇ 99% ਆਰਟੀਕਲਸ ਦੇ ਵਿੱਚ ਵਰਕ ਡਨ ਹੀ ਕੈਲਕੂਲੇਟ ਹੋਣਾ ਹੈ, ਕਿਉਂਕਿ ਪੋਟੈਂਸ਼ੀਅਲ ਜਿਹੜਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਉਹ ਆਪਣੇ ਕੋਲ ਹੈਗਾ ਕੀ ਹੈ, ਉਹ ਤਾਂ ਇੱਕ ਵਰਕ ਡਨ ਨਹੀਂ ਹੈ, ਇੱਕ ਚਾਰਜ ਨੂੰ ਦੂਸਰੇ ਪੁਆਇੰਟ ਤੱਕ ਲੈ ਕੇ ਜਾਣ ਲਈ ਕਿਸੇ ਹੋਰ ਸੋਰਸ ਚਾਰਜ ਦੀ ਫੀਲਡ ਦੇ ਵਿੱਚ ਜਿਹੜਾ ਸਾਨੂੰ ਵਰਕ ਡਨ ਕਰਨਾ ਪੈਂਦਾ ਹੈ। ਠੀਕ ਹੈ ਜੀ। ਇਸ ਲਈ ਆਲਮੋਸਟ ਸਾਰੇ ਆਰਟੀਕਲ ਦੇ ਵਿਚਕਾਰ ਅਸੀਂ ਕੀ ਕਰਨਾ ਹੈਗਾ, ਵਰਕ ਡਨ ਹੀ ਕਰਨਾ ਹੈ। ਇਸ ਜਿਹੜਾ ਪਹਿਲਾਂ ਡਾਇਗਰਾਮ ਬਣਾਇਆ ਵੀ ਲੈਟ ਅਸ ਟੇਕ ਅ ਸੋਰਸ ਚਾਰਜ ਵਿਚ ਇਜ਼ ਪਲੇਸਡ ਐਟ ਪੁਆਇੰਟ O। ਠੀਕ ਹੈ ਜੀ। ਲੈਟ A ਇਜ਼ ਦੀ ਪੁਆਇੰਟ ਐਂਡ ਸਮ ਅਦਰ ਪੁਆਇੰਟ B ਵਿਚ ਇਜ਼ ਐਟ ਡਿਸਟੈਂਸ dr। ਕਹਿੰਦਾ ਮਤਲਬ ਇਹਨਾਂ ਦੋਵਾਂ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ ਉਹ dr ਹੈ। ਕਹਿਣ ਦਾ ਮਤਲਬ ਇਹ ਹੈ ਵੀ ਜੇ ਅਸੀਂ ਇਸ ਚੀਜ਼ ਨੂੰ ਡਰਾਈਵ ਕਰਦੇ ਹਾਂ, ਮੰਨ ਲਓ ਆਹ ਪੁਆਇੰਟ B ਹੋ ਗਿਆ ਤੇ ਇਹ ਪੁਆਇੰਟ ਆਪਣੇ ਕੋਲ ਕੀ ਹੋ ਗਿਆ, A। ਠੀਕ ਹੈ ਜੀ। ਜਿਹੜਾ ਮੰਨ ਲਓ ਆਹ ਪੁਆਇੰਟ B ਹੈ, ਇਹਨੂੰ ਆਪਾਂ ਕਹਿ ਦਈਏ ਵੀ R ਦੂਰੀ ਤੇ ਹੈ, ਇਹਦਾ ਮਤਲਬ A ਪੁਆਇੰਟ ਆਪਣੇ ਕੋਲ ਕਿੰਨੀ ਦੂਰੀ ਤੇ ਹੋ ਗਿਆ, R+dr ਫਰੋਮ ਓਰੀਜਨ। ਓਰੀਜਨ ਦੇ ਉੱਤੇ ਆਪਾਂ ਕੀ ਰੱਖਿਆ ਹੋਇਆ, ਸੋਰਸ ਚਾਰਜ, ਕਿਉਂਕਿ ਟੈਸਟ ਚਾਰਜ ਨੂੰ ਅਸੀਂ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਮੂਵ ਕਰਕੇ ਲੈ ਕੇ ਆਉਣਾ।
ਕਿਸੇ ਸੋਰਸ ਚਾਰਜ ਦੀ ਫੀਲਡ ਦੇ ਵਿੱਚ। ਠੀਕ ਹੈ ਜੀ, ਜਦੋਂ ਅਸੀਂ A ਪੁਆਇੰਟ ਤੋਂ ਲੈ ਕੇ ਇਹਨੂੰ B ਪੁਆਇੰਟ ਤੱਕ ਲੈ ਕੇ ਆਵਾਂਗੇ ਤਾਂ ਸਮਾਲ ਅਮਾਊਂਟ ਆਫ ਦੀ ਵਰਕ ਵਿਲ ਬੀ ਡਨ, ਕਿਉਂਕਿ ਇਹ ਡਿਸਟੈਂਸ ਕੀ ਹੈ, ਹੁਣ ਜਿਹੜਾ ਅਸੀਂ ਇਹ ਡਿਸਟੈਂਸ ਮੂਵ ਕੀਤਾ ਇਹ dr ਡਿਸਟੈਂਸ ਹੈ, dr ਡਿਸਟੈਂਸ ਇਜ਼ ਵੈਰੀ ਵੈਰੀ ਸਮਾਲ। ਠੀਕ ਹੈ ਜੀ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਊਗੀ, ਪੋਜ਼ਿਟਿਵ ਚਾਰਜ ਕਰਕੇ ਰੇਡੀਅਲੀ ਆਊਟਵਰਡ, ਇਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੈ। ਅਸੀਂ ਕਿਹੜੀ ਡਾਇਰੈਕਸ਼ਨ 'ਚ ਮੂਵ ਕਰ ਰਹੇ ਹਾਂ, A to B ਅਗੇਂਸਟ ਦੀ ਡਾਇਰੈਕਸ਼ਨ ਆਫ ਦੀ ਇਲੈਕਟ੍ਰਿਕ ਫੀਲਡ, ਸਮਾਲ ਅਮਾਊਂਟ ਆਫ ਦੀ ਵਰਕ ਵਿਲ ਬੀ ਡਨ। ਠੀਕ ਹੈ ਜੀ, DW ਕਿੱਧਰ ਨੂੰ ਆ ਰਹੇ ਹਾਂ, ਇੱਥੇ ਆਪਾਂ ਇੱਧਰ A ਪੁਆਇੰਟ ਲਿਆ ਤਾਂ ਆਪਾਂ ਜੇ ਪਹਿਲਾਂ ਵਾਲੀ ਕਨਵੈਨਸ਼ਨ ਦੇ ਅਕੋਰਡਿੰਗਲੀ ਚੱਲਣਾ ਤਾਂ B to A ਸੀਗਾ। ਠੀਕ ਹੈ ਜੀ, ਇੱਥੇ ਚਲੋ ਆਪਾਂ A to B ਲਿਖ ਲਿਆ। ਕਿਹਨੂੰ ਲੈ ਕੇ ਆ ਰਹੇ ਹਾਂ, ਟੈਸਟ ਚਾਰਜ ਨੂੰ ਲੈ ਕੇ। ਠੀਕ ਹੈ ਜੀ, ਤਾਂ ਸਮਾਲ ਅਮਾਊਂਟ ਆਫ ਦੀ ਵਰਕ ਵਿਲ ਬੀ ਡਨ। ਠੀਕ ਹੈ ਜੀ, ਸਮਾਲ ਅਮਾਊਂਟ ਆਫ ਦੀ ਵਰਕ ਵਿਲ ਬੀ ਡਨ, ਵਰਕ ਹੋਵੇਗਾ। ਠੀਕ ਹੈ, ਇਹ ਚੀਜ਼ ਨੂੰ ਅਸੀਂ ਉਹ ਪ੍ਰੂਵ ਕਰਨਾ। ਤਾਂ ਅਸੀਂ ਸਿੰਪਲੀ ਜੇ ਡੈਫੀਨੇਸ਼ਨ ਦੇਖੀਏ ਵੀ ਵਰਕ ਡਨ ਦੀ ਸਾਡੇ ਕੋਲ ਡੈਫੀਨੇਸ਼ਨ ਕੀ ਹੁੰਦੀ ਹੈ, ਜਿਹੜਾ ਅਸੀਂ ਸਮਾਲ ਅਮਾਊਂਟ ਆਫ ਵਰਕ ਡਨ ਕੀਤਾ A to B, ਉਹ ਕਿਹਦੇ ਬਰਾਬਰ ਹੋਵੇਗਾ, ਜਿਹੜਾ ਐਕਸਟਰਨਲ ਫੋਰਸ ਅਸੀਂ ਲਗਾਇਆ F ਵੈਕਟਰ ਡਾਟ dr ਵੈਕਟਰ ਦੇ ਬਰਾਬਰ ਹੈ, ਕਿਉਂਕਿ ਡਾਟ ਪ੍ਰੋਡਕਟ ਆਫ ਦੀ ਸਕੇਲਰ। ਆਪਾਂ ਹੁਣੇ ਗੱਲ ਕੀਤੀ ਹੈ ਨਾ ਵੀ ਜਿਹੜਾ ਮੋਸ਼ਨ ਹੈ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਵਿਦਆਊਟ ਐਕਸਲਰੇਸ਼ਨ ਹੋਣਾ ਚਾਹੀਦਾ। ਇਸ ਲਈ ਜਿਹੜੀ ਇਹ ਇਲੈਕਟ੍ਰਿਕ ਫੀਲਡ ਹੈ ਇਹ ਕਿੰਨੀ ਫੋਰਸ ਜਨਰੇਟ ਕਰ ਰਹੀ ਹੈ, F = Q × E। ਅਸੀਂ ਇੰਨੀ ਫੋਰਸ ਘੱਟੋ ਘੱਟ ਜਿਹੜੀ ਅਪੋਜ਼ਿਟ ਡਾਇਰੈਕਸ਼ਨ 'ਚ ਅਪਲਾਈ ਕਰਨੀ ਹੈ, ਜਿਹਨੂੰ ਅਸੀਂ ਐਕਸਟਰਨਲ ਫੋਰਸ ਕਹਿ ਰਹੇ ਹਾਂ ਇਹ ਵਾਲੀ। ਤਾਂ ਹੀ ਜਿਹੜੀ ਨੈਟ ਫੋਰਸ ਹੈ ਜਿਹੜੀ ਚੇਂਜ ਆ ਉਹ ਆਪਣੇ ਕੋਲ 0 ਹੋਵੇਗੀ। ਠੀਕ ਹੈ ਜੀ, ਤੇ ਮੋਸ਼ਨ ਐਕਸਲਰੇਟਡ ਨਹੀਂ ਹੋਏਗਾ। ਠੀਕ ਹੈ ਜੀ, ਹੁਣ ਇਸੇ ਨੂੰ ਅਸੀਂ Q0 × E ਜੇ ਅਸੀਂ ਵੈਲਿਊ ਪੁੱਟ ਕਰ ਦਿੰਦੇ ਹਾਂ F ਦੀ, E ਵੈਕਟਰ ਡਾਟ dr ਵੈਕਟਰ। ਹੁਣੇ ਆਪਾਂ ਡਾਇਗਰਾਮ ਤੋਂ ਕਲੀਅਰ ਹੈ ਵੀ E ਤੇ dr ਦੇ ਵਿਚਕਾਰ ਐਂਗਲ ਕਿੰਨਾ। ਦੇਖੋ ਇਲੈਕਟ੍ਰਿਕ ਫੀਲਡ ਹੈ ਆਪਣੇ ਕੋਲ ਇਸ ਡਾਇਰੈਕਸ਼ਨ 'ਚ, dr ਹੈ ਜਿਹੜਾ ਆਪਣੇ ਕੋਲ ਇਸ ਡਾਇਰੈਕਸ਼ਨ 'ਚ, ਤਾਂ ਦੋਵਾਂ ਦੇ ਵਿਚਕਾਰ ਆਪਣੇ ਕੋਲ ਐਂਗਲ ਕਿੰਨਾ ਹੈ, 180 ਡਿਗਰੀ। ਠੀਕ ਹੈ ਜੀ, ਬਿਕੋਜ਼ ਬੋਥ ਆਰ ਇਨ ਦੀ ਅਪੋਜ਼ਿਟ ਡਾਇਰੈਕਸ਼ਨ। ਠੀਕ ਹੈ, ਜਦੋਂ ਅਸੀਂ ਡਾਟ ਪ੍ਰੋਡਕਟ ਨੂੰ ਇਹਨੂੰ ਸੋਲਵ ਕਰਾਂਗੇ ਤਾਂ ਬਣ ਜਾਊਗਾ Q0 E dr cos of 180 ਡਿਗਰੀ। cos of 180 ਦੀ ਵੈਲਿਊ -1। ਠੀਕ ਹੈ ਜੀ, ਇਹਦਾ ਮਤਲਬ ਸਾਡੇ ਕੋਲ ਕੀ ਹੈ, ਸਮਾਲ ਅਮਾਊਂਟ ਆਫ ਵਰਕ ਡਨ ਹੈ ਜਿਹੜਾ ਅਸੀਂ ਕੀਤਾ ਉਹ ਆਪਣੇ ਕੋਲ ਕਿਹਦੇ ਬਰਾਬਰ ਆ ਗਿਆ, Q0, ਇਹਦੀ ਵੈਲਿਊ ਕੀ ਆ ਗਈ, ਇੱਥੇ ਮਾਈਨਸ ਲਿਖ ਦਈਏ E dr। ਠੀਕ ਹੈ ਜੀ, ਸਮਾਲ ਆਪਾਂ ਇਹਨੂੰ ਰਿਪਰੈਜ਼ੈਂਟ ਕੀਤਾ, ਇੰਸਟੈਂਟੇਨੀਅਸ ਵੈਲਿਊ ਹੁੰਦੀ ਵੈਸੇ ਇਹਨੇ ਆਪਾਂ ਰਿਪਰੈਜ਼ੈਂਟ ਕਰਦੇ ਹਾਂ। ਜੇਕਰ ਆ Q0 ਨੂੰ ਅਸੀਂ ਦੂਸਰੀ ਸਾਈਡ ਤੇ ਲੈ ਜਾਈਏ ਤਾਂ ਕਿਹਦੇ ਬਰਾਬਰ ਆ ਗਿਆ, -E dr। ਹੁਣ ਆਹ ਟਰਮ ਸਾਡੇ ਕੋਲ ਕੀ ਹੈ ਬੇਟੇ, from the definition of the electrostatic potential, it is the amount of the work done to move a charge from one point to the another point। ਠੀਕ ਹੈ ਜੀ, ਇਹਦਾ ਮਤਲਬ ਇਹ ਸਾਡੇ ਕੋਲ ਕਿਹਦੇ ਬਰਾਬਰ ਹੈ, ΔV ਦੇ ਬਰਾਬਰ ਹੈ, ਕਿਉਂਕਿ ਇਹ ਪੋਟੈਂਸ਼ੀਅਲ ਹੈ। ਜੇ ਸਮਾਲ ਅਮਾਊਂਟ ਆਫ ਦੀ ਵਰਕ ਡਨ ਹੈ ਤਾਂ ਸਮਾਲ ਪੋਟੈਂਸ਼ੀਅਲ ਹੈ। ਠੀਕ ਹੈ ਜੀ, ਇਹਦਾ ਮਤਲਬ ਜੇ ਅਸੀਂ ਦੇਖੀਏ ਤਾਂ ਜਿਹੜੀ ਸਾਡੇ ਕੋਲ ਇਕੁਏਸ਼ਨ ਹੈ ਉਹ ਸਾਡੇ ਕੋਲ ਇਕੁਏਸ਼ਨ ਹੁਣ ਆਪਣੇ ਕੋਲ ਕੀ ਬਣ ਗਈ, ਇਕੁਏਸ਼ਨ ਆਪਣੇ ਕੋਲ ਬਣ ਗਈ d of v dw A to B / Q0। ਠੀਕ ਹੈ ਜੀ, ਇਹ ਅਸੀਂ ਵਰਕ ਡਨ ਹੈ ਜਿਹੜਾ ਉਹ ਕੈਲਕੂਲੇਟ ਕੀਤਾ ਸੀਗਾ। ਇਹਦੀ ਵੈਲਿਊ ਜਿਹੜੀ ਅਸੀਂ ਕੈਲਕੂਲੇਟ ਕੀਤੀ ਸੀ ਉਹ ਆਪਣੇ ਕੋਲ ਕਿਹਦੇ ਬਰਾਬਰ ਆਈ ਸੀ, ਉਹ ਆਪਣੇ ਕੋਲ ਆਈ ਸੀ -E × dr। ਠੀਕ ਹੈ ਜੀ, ਇਹ Q0 ਇੱਧਰਲੀ ਸਾਈਡ ਤੇ ਸੀ, ਆਪਾਂ ਇੱਧਰ ਲੈ ਕੇ ਸੀ ਤੇ ਇਹਦੀ ਵੈਲਿਊ ਹੈ ਜਿਹੜੀ, ਇਹਦੀ ਵੈਲਿਊ ਨੂੰ ਆਪਾਂ dv ਜਿਹੜਾ ਆਪਾਂ ਉਹ ਲਿਖ ਲਿਆ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਠੀਕ ਹੈ ਜੀ, ਹੁਣ ਅਸੀਂ ਇਹਨੂੰ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ, dv / dr = -E, ਜਾਂ ਇਹਨੂੰ ਆਪਾਂ ਐਂ ਲਿਖ ਸਕਦੇ ਹਾਂ E = -dv / dr। This is the required relation between the electric field and potential gradient। electric field and the potential gradient। ਇੱਥੋਂ ਫਿਜ਼ੀਕਲੀ ਸਾਨੂੰ ਕੀ ਪਤਾ ਲੱਗਦਾ ਹੈ ਵੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆਪਣੇ ਕੋਲ ਕੀ ਹੈ, ਇਲੈਕਟ੍ਰਿਕ ਫੀਲਡ ਇਜ਼ ਇਨ ਦੀ ਡਾਇਰੈਕਸ਼ਨ ਆਫ ਦੀ ਡਿਕਰੀਜ਼ਿੰਗ ਪੋਟੈਂਸ਼ੀਅਲ ਗ੍ਰੇਡੀਐਂਟ, ਕਿਉਂਕਿ ਨੈਗੇਟਿਵ ਸਾਈਨ ਹੈ। ਇਹਦਾ ਮਤਲਬ ਜਿਸ ਡਾਇਰੈਕਸ਼ਨ ਦੇ ਵਿੱਚ ਸਾਡੇ ਕੋਲ ਕੀ ਹੈ, ਪੋਟੈਂਸ਼ੀਅਲ ਗ੍ਰੇਡੀਐਂਟ ਦੀ ਵੈਲਿਊ ਕੀ ਹੋ ਰਹੀ ਹੈ, ਡਿਕਰੀਜ਼ ਹੋ ਰਹੀ ਹੈ, ਉਸ ਡਾਇਰੈਕਸ਼ਨ ਦੇ ਵਿੱਚ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੈ। ਠੀਕ ਹੈ ਜੀ, ਜਿਵੇਂ ਇਹਨੂੰ ਆਪਾਂ ਡਾਇਗਰਾਮ ਤੋਂ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ। ਇੱਥੇ ਆਪਾਂ ਸੋਰਸ ਚਾਰਜ ਰੱਖਿਆ ਸੀ, ਆ ਕੋਈ ਪੁਆਇੰਟ B ਹੈ, ਆ ਕੋਈ ਪੁਆਇੰਟ A ਹੈ। ਅਸੀਂ Q0 ਟੈਸਟ ਚਾਰਜ ਨੂੰ A to B ਮੂਵ ਕਰਕੇ ਲੈ ਕੇ ਆਏ ਹਾਂ। ਇਹਦੀ ਦੂਰੀ ਆਪਾਂ ਰੱਖੀ ਸੀ R, ਤੇ ਇਹਦੀ ਦੂਰੀ ਆਪਾਂ ਕਿੰਨੀ ਰੱਖੀ ਸੀ, R + dr।
ਇਲੈਕਟ੍ਰਿਕ ਫੀਲਡ ਕੀ ਸੀ, ਰੇਡੀਅਲੀ ਆਊਟਵਰਡ। ਠੀਕ ਹੈ ਜੀ। ਤੇ ਜੇ ਆਪਾਂ V ਦੀ ਵੈਲਿਊ ਆਪਾਂ ਜਿਹੜੀ ਲਿਖੀ ਸੀ ਤਾਂ ਆਪਾਂ ਨੂੰ ਪਤਾ 1/4πε0 Q/r। ਇਹ ਵੈਲਿਊ ਆਪਣੇ ਕੋਲ ਕਿੱਥੇ ਹੈ, ਇਹ ਡਾਇਗਰਾਮ ਤੋਂ ਆਪਣੇ ਕੋਲ ਹੈਗੀ VB ਤੇ। VA ਤੇ ਵੈਲਿਊ ਆਪਣੇ ਕੋਲ ਕਿੰਨੀ ਹੈ, 1/4πε0 Q/r ਦੀ ਥਾਂ ਤੇ ਕੀ ਹੈ r+dr। ਇਹਦਾ ਮਤਲਬ VA ਦੀ ਵੈਲਿਊ ਸਾਡੇ ਕੋਲ ਘੱਟ ਹੈ, ਕਿਉਂਕਿ ਥੱਲੇ ਜਿਹੜਾ ਡਿਨੋਮੀਨੇਟਰ ਦੇ ਵਿੱਚ ਟਰਮ ਹੈ ਉਹ ਆਪਣੇ ਕੋਲੇ ਕੀ ਹੈ, ਲਾਰਜ ਹੈ, r+dr। ਇਹਦਾ ਮਤਲਬ ਪੋਟੈਂਸ਼ੀਅਲ ਹੈ ਜਿਹੜਾ ਉਹ ਵਿਦ ਰਿਸਪੈਕਟ ਟੂ ਡਿਸਟੈਂਸ dr ਕਿਹੜੀ ਡਾਇਰੈਕਸ਼ਨ 'ਚ ਘਟ ਰਿਹਾ, ਉਹ B to A ਹੈ ਜਿਹੜਾ ਉਹ ਪੋਟੈਂਸ਼ੀਅਲ ਗ੍ਰੇਡੀਐਂਟ ਹੈ ਜਿਹੜਾ ਆਪਣੇ ਕੋਲ ਕੀ ਹੈ, ਘਟ ਰਿਹਾ, ਡਿਕਰੀਜ਼ ਇਨ ਪੋਟੈਂਸ਼ੀਅਲ ਗ੍ਰੇਡੀਐਂਟ। ਮਤਲਬ ਵਿਦ ਰਿਸਪੈਕਟ ਟੂ ਡਿਸਟੈਂਸ ਪੋਟੈਂਸ਼ੀਅਲ ਕਿਹੜੀ ਡਾਇਰੈਕਸ਼ਨ 'ਚ B to A ਅਸੀਂ ਮੂਵ ਕਰਾਂਗੇ ਤਾਂ ਘਟੂਗਾ, ਕਿਉਂਕਿ B ਤੇ ਵੈਲਿਊ ਜ਼ਿਆਦਾ ਹੈ A ਤੇ ਘੱਟ ਹੈ। ਤਾਂ ਇਹ ਡਿਕਰੀਜ਼ਿੰਗ ਪੋਟੈਂਸ਼ੀਅਲ ਦੀ ਡਾਇਰੈਕਸ਼ਨ ਹੈ ਤੇ ਇਲੈਕਟ੍ਰਿਕ ਫੀਲਡ ਵੀ ਤਾਂ ਇਸੇ ਡਾਇਰੈਕਸ਼ਨ 'ਚ ਇਹ ਆਪਣੇ ਕੋਲ ਇਹ ਚੀਜ਼ ਸ਼ੋ ਕਰ ਰਿਹਾ। ਇਟ ਮੀਨਸ ਇਲੈਕਟ੍ਰਿਕ ਫੀਲਡ ਇਜ਼ ਇਨ ਦੀ ਡਿਕਰੀਜ਼ਿੰਗ, ਠੀਕ ਹੈ ਜੀ, ਡਾਇਰੈਕਸ਼ਨ ਆਫ ਦੀ ਪੋਟੈਂਸ਼ੀਅਲ ਗ੍ਰੇਡੀਐਂਟ। ਜਿਹੜੀ ਡਾਇਰੈਕਸ਼ਨ ਦੇ ਵਿੱਚ ਪੋਟੈਂਸ਼ੀਅਲ ਗ੍ਰੇਡੀਐਂਟ ਦੀ ਵੈਲਿਊ ਕੀ ਹੋ ਰਹੀ ਹੈ, ਡਿਕਰੀਜ਼ ਕਰ ਰਹੀ ਹੈ, ਇਲੈਕਟ੍ਰਿਕ ਫੀਲਡ ਹੈ ਜਿਹੜੀ ਉਹ ਉਸ ਡਾਇਰੈਕਸ਼ਨ ਦੇ ਵਿੱਚ ਪੁਆਇੰਟ ਕਰ ਰਹੀ ਹੈ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। ਇੱਥੇ ਜਿਹੜਾ ਇਹ ਆਰਟੀਕਲ ਹੈ ਆਪਣੇ ਕੋਲੇ ਡਰਾਈਵ ਹੋ ਗਿਆ, ਠੀਕ ਹੈ ਜੀ, ਜਿਹਨੂੰ ਅਸੀਂ ਆਪਣੇ ਪਹਿਲਾਂ ਵਾਲਾ ਆਰਟੀਕਲ ਜਿਹੜਾ ਅਸੀਂ ਸੋਲਵ ਕੀਤਾ ਉਹਦੀ ਮਦਦ ਦੇ ਨਾਲ ਆ ਜਿਹੜਾ ਅਸੀਂ ਇਹਨੂੰ ਸੋਲਵ ਕੀਤਾ। ਠੀਕ ਹੈ ਜੀ। ਉਹੀ ਬੇਸਿਕ ਡੈਫੀਨੇਸ਼ਨ, ਬੇਸਿਕ ਆਰਟੀਕਲ ਜਿਹੜਾ ਅਸੀਂ ਲਾਇਆ ਹੈ ਉਹਨੂੰ ਅਸੀਂ ਲਾ ਕੇ ਜਿਹੜਾ ਅਸੀਂ ਇਹਨੂੰ ਸੋਲਵ ਕਰ ਲਿਆ। ਠੀਕ ਹੈ ਜੀ। ਇੱਕ ਤਰੀਕਾ ਹੋਰ ਵੀ ਹੈਗਾ ਹੈ, ਜੇਕਰ ਅਸੀਂ ਇਹਨੂੰ ਸੋਲਵ ਕਰਨਾ ਹੋਵੇ, ਸਾਡੇ ਕੋਲ ਆ ਇਕੁਏਸ਼ਨ ਹੁੰਦੀ ਹੈ E = -dv/dr। ਜੇਕਰ ਅਸੀਂ ਇਹਦਾ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਅਪਰੂਵ ਕਰ ਦਈਏ, ਠੀਕ ਹੈ ਜੀ, ਇਹਦੇ ਅਕੋਰਡਿੰਗਲੀ ਜੇ ਆਪਾਂ ਦੇਖੀਏ, ਆਪਾਂ ਨੂੰ ਪਤਾ ਹੈ ਵੀ ਆਪਾਂ ਰਾਈਟ ਹੈਂਡ ਸਾਈਡ ਜੇ ਮੰਨ ਲਓ ਇਸ ਇਕੁਏਸ਼ਨ ਦੀ ਆਪਾਂ ਲੈ ਲਈਏ ਮੈਗਨੀਟਿਊਡ ਦੇ ਵਿੱਚ, ਜੇ ਆਪਾਂ ਇਹਨੂੰ ਕਹਿਣ ਦਾ ਮਤਲਬ dv/dr ਦੀ ਅਸੀਂ ਵੈਲਿਊ ਕੈਲਕੂਲੇਟ ਕਰੀਏ ਤਾਂ d/dr ਪੋਟੈਂਸ਼ੀਅਲ ਐਟ ਏ ਪੁਆਇੰਟ ਦੀ ਵੈਲਿਊ ਕੀ ਹੈ, 1/4πε0, ਸੋਰਸ ਚਾਰਜ ਕਿਹੜਾ Q, ਡਿਸਟੈਂਸ ਕੀ ਹੈ r। ਠੀਕ ਹੈ ਜੀ। ਇਹਨੂੰ ਅਸੀਂ ਸੋਲਵ ਕਰੀਏ ਤਾਂ ਇਲੈਕਟ੍ਰਿਕ ਫੀਲਡ ਦੀ ਜੇ ਵੈਲਿਊ ਆ ਜਾਂਦੀ ਹੈ, ਇਟ ਮੀਨਸ ਇਹ ਰਿਲੇਸ਼ਨ ਟਰੂ ਹੈ। ਇਹਦੇ ਵਿੱਚ ਦੇਖੋ d/dr ਇਹਦਾ ਮਤਲਬ ਜਿਹੜਾ ਆਪਣੇ ਕੋਲ ਡਿਫਰੈਂਸੀਏਸ਼ਨ ਹੈ ਉਹ ਵਿਦ ਰਿਸਪੈਕਟ ਟੂ r ਹੈ। ਇਹਦਾ ਮਤਲਬ Q/4πε0 ਟਰਮ ਆਪਣੇ ਕੋਲ ਕੀ ਹੈ ਤਾਂ ਕਾਂਸਟੈਂਟ ਹੈ। ਠੀਕ ਹੈ ਜੀ। ਉਹ ਟਰਮ ਆਪਣੇ ਕੋਲ ਕੀ ਹੈ, ਕਾਂਸਟੈਂਟ ਹੈ। ਅਸੀਂ ਉਹਦੀ ਵੈਲਿਊ ਹੈ ਜਿਹੜੀ ਉਹ ਕੈਲਕੂਲੇਟ ਕਰ ਸਕਦੇ ਹਾਂ ਇੱਥੋਂ। ਠੀਕ ਹੈ ਜੀ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇੱਥੋਂ ਆਪਣੇ ਕੋਲ ਕੀ ਹੈ, ਆਪਣੇ ਕੋਲ ਜਿਹੜੀ ਅੰਦਰ ਟਰਮ ਰਹਿ ਗਈ ਉਹ 1/r ਰਹਿ ਗਈ। ਠੀਕ ਹੈ ਜੀ। ਨਾਲ ਆਪਣੇ ਕੋਲ ਕੀ ਹੈ, ਇਸ ਟਰਮ ਦੇ ਅੱਗੇ ਆਪਾਂ ਕੀ ਲਿਖ ਸਕਦੇ ਹਾਂ, d/dr। ਹੁਣ ਇਸ ਟਰਮ ਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, Q/4πε0 d/dr of r ਦੀ -1। ਠੀਕ ਹੈ ਜੀ। ਹੁਣ ਸਾਨੂੰ ਡਿਫਰੈਂਸੀਏਸ਼ਨ ਦਾ ਜਿਹੜਾ ਸਿੰਪਲ ਜਿਹਾ ਫਾਰਮੂਲਾ ਹੈ ਵੀ d/dx of x ਦੀ n, ਫਾਰਮੂਲਾ ਕੀ ਹੁੰਦਾ, n into x ਦੀ n-1। ਕਹਿਣ ਦਾ ਮਤਲਬ ਪਾਵਰ ਅੱਗੇ ਆ ਜਾਂਦੀ ਹੈ ਤੇ ਪਾਵਰ ਇੱਕ ਘਟ ਜਾਂਦੀ ਹੈ। ਉਹਦੇ ਅਕੋਰਡਿੰਗਲੀ ਜੇ ਅਸੀਂ ਇਸ ਚੀਜ਼ ਨੂੰ ਫੋਲੋ ਕਰੀਏ ਤਾਂ Q/4πε0 -1 ਪਾਵਰ ਅੱਗੇ ਆ ਜਾਏਗੀ ਤੇ -1 ਪਾਵਰ ਦੇ ਵਿੱਚੋਂ -1 ਆ ਜਿਹੜਾ ਹੋਰ ਘਟ ਜਾਏਗਾ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। -2 ਹੋ ਗਿਆ, ਆ ਮਾਈਨਸ ਨੂੰ ਜੇ ਅਸੀਂ ਬਾਹਰ ਲੈ ਜਾਂਦੇ ਬਣ ਗਿਆ -Q/4πε0, ਠੀਕ ਹੈ ਜੀ, 1/r²। ਉੱਤੇ -2 ਸੀ ਥੱਲੇ ਲੈ ਗਏ ਤਾਂ ਜੇ ਅਸੀਂ ਧਿਆਨ ਨਾਲ ਦੇਖੀਏ ਆਹ ਟਰਮ ਸਾਡੇ ਕੋਲ ਕੀ ਬਣ ਗਈ, 1/4πε0 Q/r², Q/r²। ਠੀਕ ਹੈ ਜੀ। ਤੇ ਆਹ ਟਰਮ ਸਾਡੇ ਕੋਲ ਕੀ ਹੈ, ਇਲੈਕਟ੍ਰਿਕ ਫੀਲਡ ਐਟ ਏ ਪੁਆਇੰਟ, 1/4πε0 Q/r²। ਇਹਦਾ ਮਤਲਬ ਜਿਹੜੀ ਅਸੀਂ ਟਰਮ ਦੀ ਵੈਲਿਊ dv/dr ਦੀ ਅਸੀਂ ਸੋਲਵ ਕੀਤੀ ਉਹ ਕਿੰਦੇ ਬਰਾਬਰ ਆ ਗਈ, -c ਦੀ। ਇੱਧਰੋਂ ਮਾਈਨਸ ਨੂੰ ਚੱਕ ਕੇ ਜੇ ਅਸੀਂ ਇੱਧਰ ਲੈ ਜਾਈਏ ਤਾਂ ਅਸੀਂ ਰਿਲੇਸ਼ਨ ਨੂੰ ਕੀ ਕਰ ਦਿੱਤਾ, ਪ੍ਰੂਵ ਕਰ ਦਿੱਤਾ। ਦਿਸ ਇਜ਼ ਦੀ ਰਿਲੇਸ਼ਨ ਬਿਟਵੀਨ ਦੀ ਇਲੈਕਟ੍ਰਿਕ ਫੀਲਡ ਐਂਡ ਦੀ ਪੋਟੈਂਸ਼ੀਅਲ ਗ੍ਰੇਡੀਐਂਟ। ਠੀਕ ਹੈ ਜੀ। ਇਹ ਕਲੀਅਰ ਹੋ ਗਿਆ, ਉਮੀਦ ਕਰਦੇ ਹਾਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਹੁਣ ਆਪਾਂ ਮੋਸਟ ਇੰਪੋਰਟੈਂਟ ਆਰਟੀਕਲ ਹੈ ਜਿਹੜਾ ਥਿਓਰੈਟੀਕਲ
ਉਹ ਆਪਣੇ ਕੋਲ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਜਿਹਨੂੰ ਆਪਾਂ ਕੀ ਕਹਿੰਦੇ ਇਕੁਈ ਪੋਟੈਂਸ਼ੀਅਲ ਸਰਫੇਸ। ਆਪਾਂ ਨੂੰ ਕੀ ਕਹਿੰਦੇ ਇਕੁਈ ਪੋਟੈਂਸ਼ੀਅਲ ਸਰਫੇਸ। ਇਟ ਇਜ਼ ਦੀ ਕੰਬੀਨੇਸ਼ਨ ਆਫ ਟੂ ਵਰਡਸ, equi plus potential. Equi means same, potential means electrostatic potential, electrostatic potential। कहने का मतलब ਅਸੀਂ ਉਸ ਸਰਫੇਸ ਦੀ ਗੱਲ ਕਰ ਰਹੇ ਹਾਂ ਜਿੰਦੇ ਹਰ ਇੱਕ ਪੁਆਇੰਟ ਦੇ ਉੱਪਰ ਪੋਟੈਂਸ਼ੀਅਲ ਦੀ ਵੈਲਿਊ ਕੀ ਹੋਵੇ, ਸੇਮ ਹੋਵੇ। ਠੀਕ ਹੈ ਜੀ। ਸੋ ਇਕੁਈ ਪੋਟੈਂਸ਼ੀਅਲ ਸਰਫੇਸ ਕੀ ਹੈ, ਇਹ ਉਹ ਵਾਲਾ ਸਰਫੇਸ ਹੈ ਜਿੰਦੇ ਹਰ ਇੱਕ ਪੁਆਇੰਟ ਦੇ ਉੱਪਰ ਆਪਣੇ ਕੋਲ ਕੀ ਪੋਟੈਂਸ਼ੀਅਲ ਦੀ ਵੈਲਿਊ ਕੀ ਹੈ, ਸੇਮ ਹੋਵੇ। ਤਾਂ ਉਸ ਸਰਫੇਸ ਨੂੰ ਅਸੀਂ ਕੀ ਕਹਿੰਦੇ ਆ, ਇਕੁਈ ਪੋਟੈਂਸ਼ੀਅਲ ਸਰਫੇਸ। ਠੀਕ ਹੈ ਜੀ। ਸਰਫੇਸ ਦਾ ਮਤਲਬ ਟੂ ਡਾਇਮੈਂਸ਼ਨਲ ਚੀਜ਼ ਹੈ ਕੋਈ। ਮੰਨ ਲਓ ਆਪਾਂ ਕੋਈ ਸਰਫੇਸ ਹੈ ਜਿਹੜਾ ਉਹ ਸ਼ੋ ਕਰਤਾ, ਜੇ ਆਪਾਂ ਇਹ ਸ਼ੋ ਕਰੀਏ ਵੀ ਲੈਟ ਅਸ ਟੇਕ ਵੀ ਹੈਵ ਟੇਕਨ 2 or 3 points on this surface. If V is the potential at A, V is the potential at B and V is the potential at C, it means ਹਰੇਕ ਪੁਆਇੰਟ ਦੇ ਉੱਪਰ ਇਹਦੀ ਪੋਟੈਂਸ਼ੀਅਲ ਦੀ ਵੈਲਿਊ ਕੀ ਹੈਗੀ ਹੈ, ਸੇਮ ਹੈਗੀ ਹੈ। ਠੀਕ ਹੈ ਜੀ। ਇਸ ਲਈ ਇਹ ਕਿਹੜਾ ਸਰਫੇਸ ਹੈ, ਇਹ ਆਪਣੇ ਕੋਲ ਕੀ ਹੈ, ਇਕੁਈ ਪੋਟੈਂਸ਼ੀਅਲ ਸਰਫੇਸ। ਤਾਂ ਇਹ ਪੁਆਇੰਟ ਯਾਦ ਰੱਖ ਲੈਣਾ ਵੀ ਇਹਦੀ ਡੈਫੀਨੇਸ਼ਨ ਆਪਣੇ ਕੋਲ ਕੀ ਕਹਿੰਦੀ, ਵਾਟ ਆਰ ਇਕੁਈ ਪੋਟੈਂਸ਼ੀਅਲ ਸਰਫੇਸ। Equipotential surfaces are those surfaces at every point of which electric potential is same। ठीक है जी। जिंदे हर एक पॉइंट ਦੇ ਉੱਪਰ ਇਲੈਕਟ੍ਰਿਕ ਪੋਟੈਂਸ਼ੀਅਲ ਦੀ ਵੈਲਿਊ ਕੀ ਹੈ, ਸੇਮ। ਇਹ ਕੁਐਸਚਨ ਦੇ ਵਿੱਚ ਆਪਣੇ ਕੋਲੇ ਕਿਸ ਤਰ੍ਹਾਂ ਨਾਲ ਪੁੱਛਿਆ ਜਾਂਦਾ ਹੈ, what do you mean by the equipotential surface and discuss its properties ਜਾਂ characteristics। ਜਿੰਦੀਆਂ ਵਿਸ਼ੇਸ਼ਤਾਵਾਂ ਕੀ ਕੀ ਹੈ ਉਹਨਾਂ ਦੇ ਬਾਰੇ ਹੈ ਜਿਹੜਾ ਉਹ ਡਿਸਕਸ ਕਰੋ। ਠੀਕ ਹੈ ਜੀ। ਲੋ ਪਹਿਲੀ ਪ੍ਰੋਪਰਟੀ ਹੈ ਜਿਹੜੀ ਮੋਸਟ ਇੰਪੋਰਟੈਂਟ ਪ੍ਰੋਪਰਟੀ ਹੈ, ਉਹ ਹੈਗੀ ਹੈ ਵਰਕ ਡਨ ਬਾਰੇ। ਵਰਕ ਡਨ, ਕਿਉਂਕਿ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਹੀ ਆਪਣੇ ਕੋਲ ਵਰਕ ਡਨ ਨਾਲ ਜੁੜੀ ਹੋਈ ਹੈ। ਉਹ ਕਹਿੰਦਾ ਹੈ ਵੀ ਇਕੁਈ ਪੋਟੈਂਸ਼ੀਅਲ ਸਰਫੇਸ ਦੇ ਉੱਪਰ ਜੇਕਰ ਅਸੀਂ ਇੱਕ ਚਾਰਜ ਨੂੰ ਦੂਸਰੇ ਪੁਆਇੰਟ ਤੱਕ ਮੂਵ ਕਰਕੇ ਲੈ ਕੇ ਜਾਂਦੇ ਹਾਂ, ਠੀਕ ਹੈ ਜੀ, ਤਾਂ ਵਰਕ ਡਨ ਕਿੰਨਾ ਹੋਵੇਗਾ, ਹੁਣ ਦੇਖੋ ਇੱਥੇ ਵੀ ਪੋਟੈਂਸ਼ੀਅਲ ਹੈ ਜਿਹੜਾ V, A ਦੀ ਵੈਲਿਊ ਵੀ V ਹੈ, V B ਦੀ ਵੈਲਿਊ ਵੀ V ਹੈ। ਫਰੋਮ ਦੀ ਡੈਫੀਨੇਸ਼ਨ ਆਫ ਦੀ ਪੋਟੈਂਸ਼ੀਅਲ, ਜੇਕਰ ਮੰਨ ਲਓ ਅਸੀਂ ਇਹਨੂੰ B to A ਮੂਵ ਕਰਕੇ ਲੈ ਕੇ ਆਨੇ, ਮੰਨ ਲਓ Q0 ਚਾਰਜ ਨੂੰ, ਤਾਂ ਸਾਡੇ ਕੋਲ ਕਹਿੰਦੇ ਬਰਾਬਰ ਹੁੰਦਾ V of A minus V of B। ਇਹ ਸਾਡੀ ਡੈਫੀਨੇਸ਼ਨ ਹੈ। ਨਾਓ ਵਟ ਇਜ਼ ਦੀ ਵੈਲਿਊ ਆਫ ਦੀ ਪੋਟੈਂਸ਼ੀਅਲ ਐਟ ਪੁਆਇੰਟ A, ਕਿਉਂਕਿ ਇਕੁਈ ਪੋਟੈਂਸ਼ੀਅਲ ਹੈ ਇਸ ਲਈ ਇੱਥੇ ਵੀ ਪੋਟੈਂਸ਼ੀਅਲ ਦੀ ਵੈਲਿਊ V ਹੋਵੇਗੀ ਤੇ B ਤੇ ਵੀ ਵੈਲਿਊ ਕਿੰਨੀ ਹੋਵੇਗੀ, V ਹੋਵੇਗੀ। ਸੋ W of BA ਡਿਵਾਈਡ ਬਾਈ Q0 ਸਾਡੇ ਕੋਲ ਕਹਿੰਦੇ ਬਰਾਬਰ ਆ ਗਿਆ 0। ਇਟ ਇੰਪਲਾਈਜ਼ W of BA ਜਾਂ ਟੋਟਲ ਵਰਕ ਡਨ ਹੈ ਆਪਣੇ ਕੋਲੋਂ ਕਿੰਨਾ ਆ ਗਿਆ, 0। ਸੋ ਇਹ ਇਹਦੀ ਪ੍ਰੋਪਰਟੀ ਹੈ ਵੀ ਜਿਹੜਾ ਇਕੁਈ ਪੋਟੈਂਸ਼ੀਅਲ ਸਰਫੇਸ ਹੁੰਦਾ ਹੈ ਉਹਦੇ ਉੱਪਰ ਜਦੋਂ ਅਸੀਂ ਮੂਵ ਕਰਦੇ ਹਾਂ ਇੱਕ ਪੁਆਇੰਟ ਤੋਂ ਲੈ ਕੇ ਦੂਸਰੇ ਪੁਆਇੰਟ ਤੱਕ, ਤਾਂ ਟੋਟਲ ਵਰਕ ਡਨ ਹੈ ਜਿਹੜਾ ਸਾਡੇ ਕੋਲ ਕਿੰਨਾ ਆਉਂਦਾ ਹੈਗਾ, 0। ਠੀਕ ਹੈ ਜੀ। ਆਈ ਇੱਥੇ ਲਿਖਿਆ ਇਨ ਕੇਸ ਆਫ ਦੀ ਇਕੁਈ ਪੋਟੈਂਸ਼ੀਅਲ ਸਰਫੇਸ the amount of the work done in moving a unit test charge between any 2 points is 0। ठीक है जी। ये फिगर बना के आप शो की W of AB by A अपने को बेसिक डेफिनेशन है, आप याद रखनी है। इन जनरल जे असीं कहीए तो डेफिनेशन असीं याद रखनी है भी W by Q0 के बराबर होंगे। इतों ही असीं सारा कुछ जो पोटेंशियल का बेसिकली ड्राइव करना। आ पॉइंट क्लीयर हो गया कि नहीं हो गया। ठीक है जी। ये अपने को फस्ट प्रॉपर्टी जी आप एक्सप्लेन करती। ठीक है जी। सैकेंड प्रॉपर्टी की है भी इलैक्ट्रिक फील्ड ते डिसप्लेसमेंट है जिहड़ा असीं डिस्टेंस मूव करते हैं एक पॉइंट तो लैके दूसरे पॉइंट के विचकार, उन्हां दे विचकार एंगल कितना होएगा। क्योंकि सानूं पता है जिहड़ी असीं डेफिनेशन लाई सी V of AB by Q0 या V of BA कह लो। ठीक है जी। इहदे विच जिहड़ी सिंपल जी डेफिनेशन आपां लाई है, 2 पॉइंट के डिफरेंस के बराबर एक तो असीं आ लई हुई है Q by 4 pi epsilon naught 1 by RA minus 1 by R of B। ठीक है जी। नाल ही असी जो ये चीज़ प्रूफ किया सीगा तो साडे कोल की आया सी E वैक्टर डॉट DR वैक्टर या DL वैक्टर। ठीक है जी। जो असी कहा सीगा भी एक्सटर्नल फोर्स लगूगी तो वर्क डन होगा F इंटू DR, F की वैल्यू Q इंटू E पुट की सी, तो उतों साडे कोल आ इक्वेशन आई सी। ਇਹਦਾ ਮਤਲਬ ਅਸੀਂ ਇਹ ਚੀਜ਼ ਯਾਦ ਰੱਖਣੀ ਹੈ ਵੀ ਜੇਕਰ ਅਸੀਂ A ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ ਮੂਵ ਕਰ ਰਹੇ ਹਾਂ ਤਾਂ
ਆਹੀ ਸਾਰੀਆਂ ਡੈਫੀਨੇਸ਼ਨ ਹੈ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੀਆਂ, ਇਹਨਾਂ ਵਿੱਚੋਂ ਕੋਈ ਵੀ ਹੈ ਜਿਹੜੀ ਉਹ ਅਪਲਾਈ ਕੀਤੀ ਜਾ ਸਕਦੀ ਹੈ। ਇਸ ਪੁਆਇੰਟ ਤੇ ਆਪਣੇ ਕੋਲ ਕੀ ਪੁੱਛ ਰਿਹਾ, ਉਹ ਪੁੱਛ ਰਿਹਾ ਵੀ ਇਲੈਕਟ੍ਰਿਕ ਫੀਲਡ ਤੇ ਡੀ ਦੇ ਵਿਚਕਾਰ ਕੀ ਸੰਬੰਧ ਹੋਵੇਗਾ ਇਨ ਕੇਸ ਆਫ ਦੀ ਇਕੁਈਪੋਟੈਂਸ਼ੀਅਲ ਸਰਫੇਸ। ਹੁਣ ਸਾਨੂੰ ਪਤਾ ਹੈ, ਅਸੀਂ ਹੁਣੇ ਆਰਟੀਕਲ ਦੇ ਵਿੱਚ ਡਰਾਈਵ ਕੀਤਾ ਹੈ ਵੀ ਇਕੁਈਪੋਟੈਂਸ਼ੀਅਲ ਸਰਫੇਸ ਦੇ ਕੇਸ ਦੇ ਵਿੱਚ ਵਰਕ ਡਨ ਕਿੰਨਾ ਹੁੰਦਾ, 0 ਹੁੰਦਾ। ਸੋ ਆਪਣੇ ਕੋਲੇ ਜਿਹੜੀ ਆਹ ਟਰਮ ਹੈ ਈ ਵੈਕਟਰ ਡਾਟ ਡੀ ਆਰ ਵੈਕਟਰ, ਉਹ ਸਾਡੇ ਕੋਲ ਕਿਹਦੇ ਬਰਾਬਰ ਹੋਊਗੀ, ਤਾਂ 0 ਦੇ ਬਰਾਬਰ ਹੋ ਜਾਏਗੀ। ਇਹਨੂੰ ਜੇ ਅਸੀਂ ਖੋਲ ਕੇ ਲਿਖਦੇ ਹਾਂ ਤਾਂ ਈ ਡੀ ਆਰ ਕਾਸ ਆਫ ਥੀਟਾ, ਉਹ ਆਪਣੇ ਕੋਲ ਕਿਹਦੇ ਬਰਾਬਰ ਹੋਊਗਾ, 0 ਦੇ ਬਰਾਬਰ ਹੋ ਜਾਏਗਾ। ਠੀਕ ਹੈ ਜੀ। ਇੰਟੀਗ੍ਰੇਸ਼ਨ ਇਹਨੂੰ ਅਸੀਂ ਸਿੰਪਲ ਇਸ ਤਰ੍ਹਾਂ ਨਾਲ ਵੀ ਲਿਖ ਸਕਦੇ ਹਾਂ। ਹੁਣ ਆਪਣੇ ਕੋਲ ਕੀ ਹੈ, ਮੈਥਮੈਟਿਕਸ ਦਾ ਇੱਕ ਮੋਸਟ ਇੰਪੋਰਟੈਂਟ ਪੁਆਇੰਟ ਹੈ, ਉਹ ਆਪਣੇ ਕੋਲ ਕੀ ਕਹਿੰਦਾ ਹੈ ਵੀ ਇਫ ਦੀ ਪ੍ਰੋਡਕਟ ਆਫ ਦੀ ਟੂ ਟਰਮ ਇਜ਼ 0 ਵਨ ਆਫ ਦੈਮ ਸ਼ੁੱਡ ਬੀ ਨਾਨ ਜ਼ੀਰੋ। ਇਹ ਰੂਲ ਹੈ, 0 ਮਲਟੀਪਲਾਈ ਬਾਈ 0 ਨਾਟ ਡਿਫਾਈਨਡ। ਕਹਿਣ ਦਾ ਮਤਲਬ ਕਦੇ ਵੀ ਜੇਕਰ ਦੋ ਟਰਮ ਦੀ ਪ੍ਰੋਡਕਟ ਆਪਣੇ ਕੋਲ 0 ਆ ਰਹੀ ਹੈ ਤਾਂ ਦੋਵਾਂ ਦੇ ਵਿੱਚੋਂ ਇੱਕ ਟਰਮ ਕੀ ਹੋਣੀ ਚਾਹੀਦੀ ਹੈ, ਨਾਨ ਜ਼ੀਰੋ ਹੋਣੀ ਚਾਹੀਦੀ ਹੈ। ਦੇਖੋ ਇੱਥੇ ਇਲੈਕਟ੍ਰਿਕ ਫੀਲਡ ਨੂੰ ਅਸੀਂ 0 ਨਹੀਂ ਕਰ ਸਕਦੇ, ਤੇ ਡਿਸਟੈਂਸ ਡੀ ਆਰ ਵੀ ਹੈ ਜਿਹੜਾ ਉਹ ਮੂਵ ਕੀਤਾ ਗਿਆ ਇੱਕ ਪੁਆਇੰਟ ਤੇ, ਇਸ ਲਈ ਅਸੀਂ ਇੱਥੇ ਕੀ ਕਹਾਂਗੇ ਵੀ cos ਥੀਟਾ ਕਿੰਦੇ ਬਰਾਬਰ ਆਪਣੇ ਕੋਲ 0। ਤੇ ਆਹ ਆਪਾਂ ਇਕੁਏਸ਼ਨ ਯਾਦ ਰੱਖਦੇ ਨੇ 0 1 1 0। ਕਹਿਣ ਦਾ ਮਤਲਬ cos 90 ਦੀ ਵੈਲਿਊ ਆਪਣੇ ਕੋਲ ਕਿੰਨੀ ਹੁੰਦੀ, 0। ਜੇਕਰ ਅਸੀਂ ਇਸ 0 ਦੀ ਵੈਲਿਊ ਭਰ ਦਈਏ ਤਾਂ cos ਥੀਟਾ ਸਾਡੇ ਕੋਲ ਕਿੰਦੇ ਬਰਾਬਰ ਆ ਗਿਆ, cos 90 ਦੇ ਬਰਾਬਰ ਆ ਗਿਆ। ਇਹਦਾ ਮਤਲਬ ਥੀਟਾ ਸਾਡੇ ਕੋਲ ਕਿੰਦੇ ਬਰਾਬਰ ਆ ਗਿਆ, 90। ਬਟ ਥੀਟਾ ਇਜ਼ ਦੀ ਐਂਗਲ ਬਿਟਵੀਨ ਦੀ ਈ ਵੈਕਟਰ ਐਂਡ ਦੀ ਡੀ ਆਰ ਵੈਕਟਰ, ਈ ਵੈਕਟਰ ਐਂਡ ਦੀ ਡੀ ਆਰ ਵੈਕਟਰ। ਸੋ ਆਪਾਂ ਕੀ ਕਹਿ ਸਕਦੇ ਹਾਂ ਵੀ ਈ ਵੈਕਟਰ ਤੇ ਡੀ ਆਰ ਵੈਕਟਰ ਦੇ ਵਿਚਕਾਰ ਐਂਗਲ ਆਪਣੇ ਕੋਲ ਕੀ ਹੈ, ਦੇ ਆਰ ਐਟ ਦੀ ਰਾਈਟ ਐਂਗਲ ਟੂ ਈਚ ਅਦਰ, ਦੇ ਆਰ ਐਟ ਦੀ ਰਾਈਟ ਐਂਗਲ ਟੂ ਈਚ ਅਦਰ। ਠੀਕ ਹੈ ਜੀ। ਇਸੇ ਚੀਜ਼ ਤੋਂ ਅਸੀਂ ਆਹ ਕਨਕਲੂਜਨ ਕੱਢਿਆ, ਮੋਸਟ ਇੰਪੋਰਟੈਂਟ ਆ, ਦੇਖੋ ਫਿਗਰ ਦੇ ਵਿੱਚ ਆਹ ਵਾਲਾ। ਇਹਦਾ ਮਤਲਬ ਜਿਹੜੀ ਇਲੈਕਟ੍ਰਿਕ ਫੀਲਡ ਹੈ ਨਾ, ਉਹ ਹਮੇਸ਼ਾ ਇਕੁਈਪੋਟੈਂਸ਼ੀਅਲ ਸਰਫੇਸ ਦੇ ਕਿਸ ਤਰ੍ਹਾਂ ਨਾਲ ਹੋਊਗੀ, ਉਹ 90 ਡਿਗਰੀ ਤੇ ਹੋਊਗੀ। ਇਲੈਕਟ੍ਰਿਕ ਫੀਲਡ is perpendicular to the equipotential surface, so we can say that equipotential surfaces are always perpendicular to the electric field lines। ਜਿਹੜੀਆਂ ਵੀ ਅਸੀਂ ਇਲੈਕਟ੍ਰਿਕ ਫੀਲਡ ਲਾਈਨਸ ਮੰਨ ਲਓ ਜਿੱਥੇ ਵੀ ਆਪਣੇ ਕੋਲ ਮੂਵ ਕਰਦੀਆਂ ਹੋਈਆਂ ਅਸੀਂ ਬਣਾਈਆਂ ਇਲੈਕਟ੍ਰਿਕ ਫੀਲਡ ਲਾਈਨਸ, ਤੇ ਜੇ ਅਸੀਂ ਇਕੁਈਪੋਟੈਂਸ਼ੀਅਲ ਸਰਫੇਸ ਬਣਾਇਆ ਤਾਂ ਕਿਸ ਤਰ੍ਹਾਂ ਨਾਲ ਬਣਾਵਾਂਗੇ ਵੀ ਇਲੈਕਟ੍ਰਿਕ ਫੀਲਡ ਦੇ ਵਿਚਕਾਰ ਤੇ ਡਿਸਟੈਂਸ ਜਿਹੜਾ ਅਸੀਂ ਉਹਦੇ ਉੱਪਰ ਮੂਵ ਕਰਨਾ ਡੀ ਆਰ, ਉਹਨਾਂ ਦੋਵਾਂ 'ਚ ਐਂਗਲ ਕਿੰਨਾ ਹੋਣਾ ਚਾਹੀਦਾ, 90 ਡਿਗਰੀ। ਇਹਦਾ ਮਤਲਬ ਅਸੀਂ ਹਮੇਸ਼ਾ ਇਹਨੂੰ ਕਿਸ ਤਰ੍ਹਾਂ ਨਾਲ ਸ਼ੋਅ ਕਰਾਂਗੇ ਵੀ ਜਿਹੜੇ ਇਕੁਈਪੋਟੈਂਸ਼ੀਅਲ ਸਰਫੇਸ ਦੇ ਉੱਪਰ ਇਲੈਕਟ੍ਰਿਕ ਫੀਲਡ ਕਿਸ ਤਰ੍ਹਾਂ ਦੀ ਹੈ, ਉਹ 90 ਡਿਗਰੀ ਦੇ ਉੱਪਰ ਹੈ। ਇਹ ਪੁਆਇੰਟ ਆਪਣੇ ਕੋਲ ਯਾਦ ਰੱਖ ਲੈਣਾ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੈ। ਨੈਕਸਟ ਪੁਆਇੰਟ ਦੇਖੋ, ਜਿਹੜੀਆਂ ਆਪਾਂ ਇਕੁਈਪੋਟੈਂਸ਼ੀਅਲ ਸਰਫੇਸ ਪੋਟੈਂਸ਼ੀਅਲ ਦੀਆਂ 3-4 ਡੈਫੀਨੇਸ਼ਨ ਲਿਖੀਆਂ, W ਆਫ ਏ ਬੀ ਬਾਈ ਕਿਊ, ਉੱਥੋਂ ਅਸੀਂ ਵਰਕ ਡਨ ਪਹਿਲਾਂ 0 ਪੁੱਟ ਕਰਤਾ। ਠੀਕ ਹੈ ਜੀ। ਫਿਰ ਅਸੀਂ ਦੂਜੀ ਡੈਫੀਨੇਸ਼ਨ ਯੂਜ਼ ਕਰ ਲਈ E ਇੰਟੂ ਡੀ ਐਲ। ਹੁਣ ਤੀਸਰੀ ਕੀ ਸੀਗੀ, V ਇਜ਼ ਇਕੁਅਲ ਟੂ 1/4πε0 ਕਿਊ ਬਾਈ ਆਰ ਐਟ ਏ ਪੁਆਇੰਟ ਦੀ ਗੱਲ ਕਰੀਏ ਤਾਂ ਜੇ ਅਸੀਂ ਉਸ ਪੁਆਇੰਟ ਤੋਂ ਆਪਾਂ ਡਿਸਕਸ ਕਰੀਏ ਜਿਹੜੀ ਪੋਟੈਂਸ਼ੀਅਲ ਐਟ ਏ ਪੁਆਇੰਟ ਹੈ, ਇਹਦਾ ਮਤਲਬ ਜਿਹੜਾ ਪੋਟੈਂਸ਼ੀਅਲ ਐਟ ਏ ਪੁਆਇੰਟ ਹੈ ਕਿਹੜੀ ਚੀਜ਼ ਤੇ ਡਿਪੈਂਡ ਕਰਦਾ, ਇੱਕ ਤਾਂ ਸੋਰਸ ਚਾਰਜ ਤੇ ਡਿਪੈਂਡ ਕਰਦਾ, ਇੱਕ ਆਬਜ਼ਰਵੇਸ਼ਨ ਪੁਆਇੰਟ ਦਾ ਡਿਸਟੈਂਸ ਫਰੋਮ ਦੀ ਸੋਰਸ ਚਾਰਜ ਤੇ ਡਿਪੈਂਡ ਕਰਦਾ। ਜੇਕਰ ਅਸੀਂ ਇਹ ਸਪੋਜ਼ ਕਰ ਲਈਏ ਵੀ ਇੱਕ ਸਫੀਅਰ ਹੈ 3 ਡਾਇਮੈਂਸ਼ਨ ਦੇ ਵਿੱਚ, ਜੇ ਬਣਾਈਏ ਇੱਥੇ ਆਪਾਂ 2 ਡਾਇਮੈਂਸ਼ਨ 'ਚ ਇੱਕ ਸਰਕਲ ਬਣਾ ਰਹੇ ਹਾਂ। ਇਮੈਜਿਨ ਕਰੋ ਵੀ ਇਹ ਸਫੀਅਰ ਹੈ 3 ਡਾਇਮੈਂਸ਼ਨ ਦੇ ਵਿੱਚ, ਇਹਦੇ ਸੈਂਟਰ ਦੇ ਉੱਤੇ ਆਪਾਂ ਚਾਰਜ ਕਿਊ ਰੱਖਤਾ, ਤੇ ਇੱਕ ਸਫੀਅਰ ਦਾ ਜਿਹੜਾ ਹਰੇਕ ਪੁਆਇੰਟ ਹੁੰਦਾ ਹੈ ਜਿਹਨੂੰ ਸਰਫੇਸ ਨੂੰ ਅਸੀਂ ਜੇ ਸੈਂਟਰ ਨਾਲ ਜੁਆਇਨ ਕਰਦੇ ਹਾਂ ਤਾਂ ਉਹਨੂੰ ਆਪਾਂ ਰੇਡੀਅਸ ਕਹਿੰਦੇ ਹਾਂ, ਤੇ ਰੇਡੀਅਸ ਦਾ ਡਿਸਟੈਂਸ ਕਿੰਨਾ ਹੁੰਦਾ ਓਰੀਜਨ ਤੋਂ, ਸੇਮ। ਜਿੰਨੀ ਵੀ ਵੈਲਿਊ ਆਪਣੇ ਕੋਲ ਰੇਡੀਅਸ ਦੀ ਹੁੰਦੀ ਹੈ ਉਹ ਸਰਫੇਸ ਤੋਂ ਆਪਣੇ ਕੋਲ ਹਮੇਸ਼ਾ ਕੀ ਹੁੰਦੀ ਹੈ, ਸੇਮ ਹੁੰਦੀ ਹੈ। ਇਹਦਾ ਮਤਲਬ ਕੀ ਹੋਇਆ ਵੀ ਜਿਹੜਾ ਉਹ ਸਰਫੇਸ ਹੈ ਉਹ ਕਿਸ ਤਰ੍ਹਾਂ ਨਾਲ ਬਿਹੇਵ ਕਰੇਗਾ, ਕਿਊ ਸੈਂਟਰ ਤੇ ਚਾਰਜ ਪਿਆ ਹੈਗਾ, ਆਰ ਆਪਣੇ ਕੋਲ ਸੇਮ ਹੈ, ਤੇ ਇਹਦਾ ਮਤਲਬ ਇਹ ਸਾਰੇ ਦੇ ਉੱਪਰ V ਦੀ ਵੈਲਿਊ ਵੀ ਕੀ ਹੋਣੀ ਚਾਹੀਦੀ ਹੈ, ਸੇਮ ਹੋਣੀ ਚਾਹੀਦੀ ਹੈ ਪੋਟੈਂਸ਼ੀਅਲ ਦੀ ਵੈਲਿਊ, ਕਿਉਂਕਿ ਉਹ ਕਿਊ ਤੇ ਆਰ ਤੇ ਡਿਪੈਂਡ ਕਰਦੀ ਹੈ। ਇਸ ਲਈ ਇਹ ਸਫੀਅਰ ਹੈ ਜਿਹਦੇ ਸੈਂਟਰ ਦੇ ਉੱਪਰ ਆਪਣੇ ਕੋਲ ਚਾਰਜ ਪਿਆ ਹੋਇਆ ਹੈ, ਉਹ ਸਫੀਅਰ ਦਾ ਸਰਫੇਸ ਕਿਸ ਤਰ੍ਹਾਂ ਨਾਲ ਬਿਹੇਵ ਕਰੇਗਾ, ਉਹ ਤਾਂ ਇਕੁਈਪੋਟੈਂਸ਼ੀਅਲ ਸਰਫੇਸ ਦੇ ਤੌਰ ਤੇ ਬਿਹੇਵ ਕਰੇਗਾ। ਤੇ ਜੇ ਉਸੇ ਸੈਂਟਰ ਨੂੰ ਜਿਹਦੇ ਸੈਂਟਰ ਤੇ ਕਿਊ ਚਾਰਜ ਪਿਆ ਉਹਨੂੰ ਸੈਂਟਰ ਮੰਨ ਕੇ ਤੇ ਜੇ ਅਸੀਂ ਕੌਨਸੈਂਟਰਿਕ ਸਫੀਅਰ ਡਰਾ ਕਰ ਦਈਏ, 2 3 4 5 ਕੌਨਸੈਂਟਰਿਕ ਸਫੀਅਰ ਡਰਾ ਕਰ ਦਈਏ, ਤਾਂ ਜਿਹੜਾ ਹਰੇਕ ਸਫੀਅਰ ਦਾ ਸੈਂਟਰ ਤੋਂ ਦੂਰੀ ਹੈ ਉਹ ਆਪਣੇ ਕੋਲ ਕੀ ਹੋਊਗੀ, ਸੇਮ ਹੋਊਗੀ। ਇਸ ਲਈ ਹਰੇਕ ਸਰਫੇਸ ਕਿਸ ਤਰ੍ਹਾਂ ਨਾਲ ਬਿਹੇਵ ਕਰੂਗਾ, ਉਹ ਇਕੁਈਪੋਟੈਂਸ਼ੀਅਲ ਸਰਫੇਸ ਦੇ ਤੌਰ ਤੇ ਬਿਹੇਵ ਕਰੂਗਾ। ਆਲਦੋ ਉਹਨਾਂ ਦੀ V ਦੀ ਵੈਲਿਊ ਅਲੱਗ-ਅਲੱਗ ਹੋਊਗੀ, ਕਿਉਂਕਿ R ਦੀ ਵੈਲਿਊ ਅਲੱਗ-ਅਲੱਗ ਹੈ, ਇੱਥੇ R ਦੀ ਵੈਲਿਊ ਘੱਟ ਹੈ, ਇਹਦਾ ਮਤਲਬ ਇੱਥੇ ਪੋਟੈਂਸ਼ੀਅਲ ਕੀ ਹੈ, ਜ਼ਿਆਦਾ ਹੈ। ਇਹ R ਦੀ ਵੈਲਿਊ ਕੀ ਹੋਗੀ, ਵੱਧ ਗਈ,
R1 की थां ते मान लो इनू आपां कहीए भी आ दूरी है जिहड़ी अपने कोल R2 है, तो V2 पोटैंशियल हो गया। इक्वी पोटैंशियल तो है, पोटैंशियल तो सेम ही है। इनू आपां R3 कह दईए आ दूरी नूं, ते पोटैंशियल नूं इत्थे आपां कह दईए V3। इहदा मतलब की होया भी V1 इज़ ग्रेटर दैन V2 इज़ ग्रेटर दैन V3, क्योंकि आपां नूं पता भी ये इनवर्सली प्रोपोर्शनल टू R है। पर आपां जिहड़ी गल कर रहे हैं भी जेकर असीं इक्वी पोटैंशियल सरफेस नूं एक सफीयर के तौर पर ड्रा करना हो तो किस तरह ड्रा होणगे, जिन्हां दे सेंटर के उत्ते अपने कोल की पिया है सोर्स चार्ज, तो वो सफीयर किस तरह के कॉनसैंट्रिक का मतलब जिन्हां दा सेंटर सेम हो। ठीक है जी, आ पॉइंट अपने को इत्थे आपां लिखा है प्रॉपर्टी। इलैक्ट्रिक पोटैंशियल सरफेसिज आर कॉनसैंट्रिक सफीयर्स विद द चार्ज एट इट्स सेंटर। ये पॉइंट क्लीयर हो गया कि नहीं हो गया? ठीक है जी, आ सारा आपां एक्सप्लेन किया, ये आपां नूं क्लीयर हो गया कि नहीं हो गया? ठीक है जी। नैक्सट अपने कोल की है प्रॉपर्टी, इक्वी पोटैंशियल सरफेसिज लाई क्लोजर टू ईच अदर वेयर द इलैक्ट्रिक फील्ड इंटेंसिटी इज स्ट्रॉन्ग। हुण सानूं पता है इस चीज़ तो E इज इक्वल टू माइनस dV/dr। ठीक है जी, इलैक्ट्रिक फील्ड की डायरैक्शन की होंदी है जिस डायरैक्शन दे विच पोटैंशियल ग्रेडियंट घटदा। ठीक है जी, जेकर कॉन्सेंट अपने को की इक्वी पोटैंशियल सरफेस जिथे अपने को क्लोज लाई कर रहे हैं, नेड़े नेड़े लाई कर रहे हैं, तो इहदा मतलब जेकर असी एक पॉइंट तो दूसरे पॉइंट तक जे असी मूव एक सरफेस तो दूसरे ते मूव करते पोटैंशियल ग्रेडियंट कढ़न लई, मान लो इहदा पोटैंशियल V है, इहदा V प्लस dV है, तो एक पॉइंट तो दूसरे पॉइंट तक मूव करिए तो dV/dr की वैल्यू की होएगी? स्मॉल होएगी मैगनीट्यूड की। असी जे आपां गल करिए तो कहना मतलब dr की वैल्यू की होएगी? dr की वैल्यू की होएगी? स्मॉल होएगी। dV/dr की वैल्यू की होएगी? लार्ज होएगी, क्योंकि क्लोजली लाइंग है। इनका मतलब जो इक्वी पोटैंशियल सरफेस क्लोज लाई कर रहे हैं तो उन्होंने dr की वैल्यू की होगी? स्मॉल होगी। जो dr की वैल्यू स्मॉल होगी तो जे असी इस रिलेशन तो देखिए 1/dr, इहदा मतलब इलैक्ट्रिक फील्ड की वैल्यू की होगी? ज़्यादा होगी। ਜਾਂ ਆਪਾਂ इन जनरल वेखिए सारी टर्म के तौर पर भी E जे मैगनीट्यूड के आप वेखिए dV/dr, क्योंकि जो नैगेटिव साइन है वो तो सानू डायरैक्शन दसदा है। इन मैगनीट्यूड तो आ चीज़ साडे कोल बराबर है E इज इक्वल टू dV/dr। जे dV/dr की वैल्यू ज़्यादा हो तो इलैक्ट्रिक फील्ड भी की होगी? ज़्यादा होगी। dV/dr कदों ज़्यादा होगा? जो R घट हो। R घट कदों होगा? जो इक्वी पोटैंशियल सरफेस क्लोज लाई करन। ਇਹਦਾ मतलब जिथे इलैक्ट्रिक फील्ड स्ट्रॉन्ग होगी उत्थे अपने कोल की होगा इक्वी पोटैंशियल सरफेस क्लोज लाई करनगे, तो जिथे इलैक्ट्रिक फील्ड की होगी अपने कोल स्मॉल होगी उत्थे इक्वी पोटैंशियल सरफेस की लाई करनगे एट दी लार्ज डिस्टेंस। ठीक है जी, ये पॉइंट मैं मान रहा भी तुहानूं समझ लग गई होगी। ठीक है जी, आ पॉइंट है जिहड़ा मोस्ट इंपॉर्टेंट इलैक्ट्रिक फील्ड लाइन च भी आपां इहदे नाल रलदा मिलदा क्वेश्चन डिस्कस कीता सी। नो टू इक्वी पोटैंशियल सरफेस can intersect each other, cross each other, because at the common point of intersection there will be two values of the potential। मान लो अपने को एक इक्वी पोटैंशियल सरफेस है, मान लो जिंदे ते वैल्यू VA है, ये अपने को कोई दूसरा इक्वी पोटैंशियल सरफेस है जिंदे ते वैल्यू VB है। मान लो ये एक दूसरे नूं क्रॉस कर जाते हैं, मान लो एक दूसरे नूं की कर जाते हैं? क्रॉस कर जाते हैं। तो ये जिहड़ा कॉमन एरिया पॉइंट की थां ते अपने को इत्थे एरिया है, इस कॉमन एरिया दे विच दसो बेटे वैल्यू VA होएगी कि VB होएगी? क्योंकि इक्वी पोटैंशियल जे आपां इहनूं VA कहने तो इहदे अकॉर्डिंगली इत्थे की होनी चाहिए? VA। तो जे असीं इस सरफेस की गल करते तो इत्थे वैल्यू की होनी चाहिए? VB। इहदा मतलब इक्को टाइम ते उहदे कोल दो वैल्यूज़ हैगियां जी इक्वी पोटैंशियल सरफेस की डेफिनेशन विच इज़ नॉट पॉसीबल, क्योंकि इक्को समय तो एक ही वैल्यू हो सकती है। ठीक है जी, इसलिए दो जोड़े सरफेस है इक्वी पोटैंशियल वो एक दूसरे को कट नहीं कर सकते। क्यों नहीं कट कर सकते? क्योंकि जोड़ा कॉमन एरिया उन्होंने आऊगा टू सरफेस को कट्टन तो बाद। ठीक है जी, उस कॉमन एरिया के विच देयर विल बी टू वैल्यूज़ ऑफ दी पोटैंशियल विच इज़ नॉट पॉसीबल। ठीक है जी, थले अपने को जोड़ा ये पॉइंट है इहदे विच यही गल डिस्कस की गई है भी जोड़ा मैटैलिक सफीयर है, मैटैलिक सफीयर दे विच वो किस तरह नाल कोई भी मैटल है जो किस तरह नाल बिहेव करता है, वो इक्वी पोटैंशियल सरफेस के तौर पर कोई भी मैटल है ना बेटे जो किस तरह नाल बिहेव करता, कोई मैटल का टुकड़ा है वो इक्वी पोटैंशियल सरफेस के तौर पर बिहेव करता। ठीक है, क्योंकि सारे के उत्ते पोटैंशियल की वैल्यू की होंगी है? सेम होंगी है। ठीक है जी, ये पॉइंट क्लीयर हो गए कि नहीं हो गए जी? ठीक है, लो नैक्सट पॉइंट अपने को की है
ਆਪਾਂ ਕੀ ਕਰਨਾ ਹੈ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਡਿਊ ਟੂ ਗਰੁੱਪ ਆਫ ਚਾਰजेस ਕਰਕੇ ਜਿਹੜੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਹੈ ਉਹਨੂੰ ਅਸੀਂ ਸੋਲਵ ਕਰਨਾ ਹੈ। ਠੀਕ ਹੈ ਜੀ, ਜਿਹੜੀ એનર્ਜੀ ਹੁੰਦੀ ਹੈ ਆਪਣੇ ਕੋਲ ਹੁੰਦੀ ਹੈ ਐਬਿਲਿਟੀ ਟੂ ਡੂ ਦੀ ਵਰਕ। ਆਪਾਂ ਨੂੰ ਕਿੱਥੋਂ ਪਤਾ ਲੱਗਦਾ ਵੀ ਕੋਈ ਵੀ ਬੋਡੀ ਹੈ ਜਿਹੜੀ ਜਾਂ ਕੋਈ ਵੀ ਪਰਸਨ ਹੈ ਉਹ ਜ਼ਿਆਦਾ એનર્ਜੈਟਿਕ ਹੈ, ਜਿਹੜਾ ਜ਼ਿਆਦਾ ਕੰਮ ਕਰ ਸਕਦਾ। ਠੀਕ ਹੈ ਜੀ, ਤੇ ਪੋਟੈਂਸ਼ੀਅਲ એનર્ਜੀ ਦਾ ਮਤਲਬ ਵੀ ਕੀ ਹੈ, ਪੋਟੈਂਸ਼ੀਅਲ ਡਿਫਰੈਂਸ ਤੋਂ ਹੀ ਹੈ। ਜਿੱਥੇ ਪੋਟੈਂਸ਼ੀਅਲ ਦੀ ਵੈਲਿਊ ਜ਼ਿਆਦਾ ਹੋਏਗੀ ਇਹਦਾ ਮਤਲਬ ਉਹਦੇ 'ਚ એનર્ਜੀ ਜ਼ਿਆਦਾ ਹੈ। ਸੋ ਆਪਣੇ ਕੋਲੇ ਕੀ ਹੈ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਹੈ ਜਿਹੜਾ ਅਸੀਂ ਉਹਦੀ ਵੈਲਿਊ ਕੈਲਕੂਲੇਟ ਕਰਨੀ ਹੈ ਡਿਊ ਟੂ ਗਰੁੱਪ ਆਫ ਚਾਰजेस। ਗਰੁੱਪ ਆਫ ਚਾਰजेस ਕਰਕੇ ਕੈਲਕੂਲੇਟ ਕਰਨ ਦੇ ਲਈ ਆਪਾਂ ਇਹਨੂੰ ਟੂ ਡਾਈਮੈਂਸ਼ਨ ਪਹਿਲਾਂ ਟੂ ਚਾਰजेस ਵਾਸਤੇ ਇਹਨੂੰ ਐਕਸਪਲੇਨ ਕਰਦੇ ਹਾਂ। ਬੇਸਿਕਸ ਜਿਹੜੇ ਬੰਦੇ ਦੇ ਕਲੀਅਰ ਹੋ ਚੁੱਕੇ ਹੈ ਵੀ ਅਸੀਂ ਇਸ ਆਰਟੀਕਲ ਦੇ ਵਿੱਚ ਸ਼ੁਰੂ ਤੋਂ ਕੀਤਾ ਕੀ ਹੈ, ਇਸ ਚੈਪਟਰ ਦੇ ਵਿੱਚ ਅਸੀਂ ਕੀਤਾ ਕੀ ਹੈ, ਤਾਂ ਉਹ ਇਹ ਆਰਟੀਕਲ ਆਪਣੇ ਆਪ ਹੀ ਅੰਦਰ ਸੋਲਵ ਹੋਏਗਾ। ਲੈਟ ਅਸ ਟੇਕ ਆ ਰੈਕਟੈਂਗੂਲਰ ਕੋਆਰਡੀਨੇਟ ਸਿਸਟਮ। ਠੀਕ ਹੈ ਜੀ, ਸਾਨੂੰ ਪਤਾ ਹੈ ਵੀ ਜਦੋਂ ਅਸੀਂ ਕਿਸੇ ਵੀ ਚਾਰਜ ਨੂੰ ਇਨਫਿਨਿਟੀ ਤੇ ਲੈ ਜਾਂਦੇ ਹਾਂ ਤਾਂ ਉੱਥੇ ਪੋਟੈਂਸ਼ੀਅਲ ਦੀ ਵੈਲਿਊ 0 ਹੋਏਗੀ। ਤਾਂ ਆਪਾਂ ਸਿਸਟਮ ਆਫ ਟੂ ਚਾਰजेस ਕਰਕੇ ਡਿਸਕਸ ਕਰਨਾ। ਲੈਟ ਅਸ ਟੇਕ देयर आर टू चार्जेस Q1 ਐਂਡ Q2 ਵਿਚ ਆਰ ਲਾਈਂਗ ਐਟ ਇਨਫਿਨਿਟੀ। ਦੋ ਆਪਣੇ ਕੋਲੇ ਕੀ ਹੈ, ਚਾਰਜ ਹੈ, ਇੱਕ Q1 ਇੱਕ Q2 ਆਪਣੇ ਕੋਲ ਕਿੱਥੇ ਲਾਈ ਕਰ ਰਹੇ, ਇਨਫਿਨਿਟੀ ਤੇ ਲਾਈ ਕਰ ਰਹੇ। ਮੰਨ ਲਓ ਅਸੀਂ Q1 ਨੂੰ ਚੱਕ ਕੇ A ਪੁਆਇੰਟ ਤੇ ਇੱਥੋਂ ਲਿਆਏ, ਇੱਥੋਂ ਅਸੀਂ ਮੂਵ ਕਰਕੇ ਉਹਨੂੰ ਕਿੱਥੇ ਲਿਆਏ, A ਪੁਆਇੰਟ ਤੇ ਲਿਆਏ Q1। ਠੀਕ ਹੈ ਜੀ, ਅਕੋਰਡਿੰਗ ਟੂ ਦੀ ਡੈਫੀਨੇਸ਼ਨ ਦੀ ਅਮਾਊਂਟ ਆਫ ਦੀ ਵਰਕ ਡਨ ਟੂ ਮੂਵ ਅ ਚਾਰਜ ਫਰੋਮ ਇਨਫਿਨਿਟੀ ਟੂ A ਪੁਆਇੰਟ। ਠੀਕ ਹੈ ਜੀ, ਉਹ ਕਿੰਦੇ ਬਰਾਬਰ ਹੋਣਾ ਚਾਹੀਦਾ, ਉਸ V ਆਫ A ਦੇ ਬਰਾਬਰ ਹੋਣਾ ਚਾਹੀਦਾ। ਤੇ V ਆਫ A ਦੀ ਡੈਫੀਨੇਸ਼ਨ 1/4πε0 Q/R। ਸੋਰਸ ਚਾਰਜ ਤੋਂ ਦੂਰੀ, ਤੇ ਇੱਥੇ ਸੋਰਸ ਚਾਰਜ ਪਹਿਲਾਂ ਕਿਹੜਾ ਹੈਗਾ, ਕੋਈ ਵੀ ਨਹੀਂ ਹੈਗਾ ਇੱਥੇ ਤਾਂ ਸੋਰਸ ਚਾਰਜ, ਇੱਥੇ ਤਾਂ ਕੋਈ ਸੋਰਸ ਚਾਰਜ ਪਿਆ ਹੀ ਨਹੀਂ ਜੇ ਕੋਈ, ਕਿਉਂਕਿ ਜਦੋਂ ਤੁਸੀਂ ਇਹਨੂੰ Q1 ਨੂੰ ਮੂਵ ਕਰਕੇ ਲੈ ਕੇ ਆਏ ਆ ਤਾਂ ਕੋਈ ਵੀ ਚਾਰਜ ਪਹਿਲਾਂ ਪ੍ਰੈਜ਼ੈਂਟ ਹੈ ਹੀ ਨਹੀਂ ਸੀ। ਇਸ ਲਈ ਵਰਕ ਡਨ ਕਿੰਨਾ ਹੋਏਗਾ, ਜਦੋਂ Q ਦੀ ਵੈਲਿਊ ਹੀ 0 ਹੋਗੀ ਤਾਂ ਵਰਕ ਡਨ ਕਿੰਨਾ ਹੋਏਗਾ, 0। ਠੀਕ ਹੈ ਜੀ, ਇਹਦਾ ਮਤਲਬ W ਆਫ A ਹੈ ਸਾਡੇ ਕੋਲ, ਜਦੋਂ ਅਸੀਂ A ਪੁਆਇੰਟ ਮੂਵ ਕਰਕੇ ਲੈ ਕੇ ਆਏ ਤਾਂ ਵਰਕ ਡਨ ਕਿੰਨਾ ਹੋ ਗਿਆ ਆਪਣੇ ਕੋਲੇ, 0 ਹੋ ਗਿਆ। ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ, ਕਿਉਂਕਿ ਬੇਸਿਕ ਡੈਫੀਨੇਸ਼ਨ ਆ ਕਹਿੰਦੀ ਆਪਣੇ ਕੋਲੇ ਵੀ ਸੋਰਸ ਚਾਰਜ ਤੇ ਡਿਸਟੈਂਸ ਆਫ ਦੀ ਆਬਜ਼ਰਵੇਸ਼ਨ ਪੁਆਇੰਟ ਫਰੋਮ ਦੀ ਸੋਰਸ ਚਾਰਜ ਤੇ ਡਿਪੈਂਡ ਕਰਦੀ। ਚਲੋ ਇਹ ਤਾਂ R ਦੀ ਦੂਰੀ ਆਪਣੇ ਕੋਲ ਹੈਗੀ ਹੈ, ਪਰ Q ਦੀ ਵੈਲਿਊ ਆਪਣੇ ਕੋਲ ਕੀ 0 ਹੈ। ਜਦੋਂ ਵੈਲਿਊ ਪੁੱਟ ਕੀਤੀ ਤਾਂ ਵਰਕ ਡਨ ਕਿੰਨਾ ਹੋ ਗਿਆ, 0 ਹੋ ਗਿਆ। ਠੀਕ ਹੈ ਜੀ, ਲਓ ਹੁਣ ਅਸੀਂ ਸੈਕਿੰਡ ਚਾਰਜ ਲੈ ਕੇ ਆਉਣੇ ਆ। ਲੈਟ ਨਾਓ Q2 ਜਿਹੜਾ ਸੈਕਿੰਡ ਚਾਰਜ ਹੈ ਉਹ ਆਪਾਂ B ਪੁਆਇੰਟ ਤੇ ਮੂਵ ਕਰਕੇ ਲਿਆਏ, ਇਸ ਪੁਆਇੰਟ ਤੇ ਲੈ ਕੇ ਆਏ। ਹੁਣ ਦੇਖੋ ਅਕੋਰਡਿੰਗ ਟੂ ਡੈਫੀਨੇਸ਼ਨ ਵਰਕ ਡਨ ਟੂ ਮੂਵ ਅ ਚਾਰਜ ਫਰੋਮ ਇਨਫਿਨਿਟੀ ਟੂ ਦੀ ਪੁਆਇੰਟ B, ਕਿਹਨੂੰ ਲੈ ਕੇ ਆਏ Q2 ਨੂੰ, ਉਹ ਕਹਿੰਦੇ ਬਰਾਬਰ ਹੋਊਗਾ V ਆਫ B ਇਨਫਿਨਿਟੀ, ਜਿਹਨੂੰ ਅਸੀਂ V ਆਫ B ਕਹਿ ਲਿਆ, ਤੇ V ਆਫ B ਦੀ ਡੈਫੀਨੇਸ਼ਨ 1/4πε0। ਸੋਰਸ ਚਾਰਜ ਉੱਥੇ ਕਿਹੜੇ ਚਾਰਜ ਦੀ ਫੀਲਡ ਦੇ ਵਿੱਚੋਂ ਮੂਵ ਕੀਤਾ, ਉੱਥੇ Q1 ਤਾਂ ਪਹਿਲਾਂ ਹੀ ਪ੍ਰੈਜ਼ੈਂਟ ਸੀਗਾ, ਤੇ ਸੋਰਸ ਚਾਰਜ ਤੋਂ ਇਹਦੀ ਦੂਰੀ ਆਊਗੀ, ਕਿਉਂਕਿ ਕਿਹਦੇ ਤੇ ਡਿਪੈਂਡ ਕਰਦਾ, R ਕੀ ਸੀਗਾ, ਸੋਰਸ ਚਾਰਜ ਤੋਂ ਦੀ ਦੂਰੀ ਸੀ। ਇਹਦਾ ਮਤਲਬ ਇਹਨੂੰ ਅਸੀਂ R ਆਫ 1 2 ਲਿਖ ਲਈ। ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ, ਹੋਰ ਕੋਈ ਚਾਰਜ ਤਾਂ ਆਪਣੇ ਕੋਲ ਪ੍ਰੈਜ਼ੈਂਟ ਨਹੀਂ ਹੈਗਾ। ਇਨ ਟਰਮਸ ਆਫ ਪੋਜੀਸ਼ਨ ਵੈਕਟਰ ਕੈਲਕੂਲੇਟ ਕਰਨਾ ਤਾਂ ਤੁਸੀਂ ਪੋਜੀਸ਼ਨ ਵੈਕਟਰ ਕੈਲਕੂਲੇਟ ਕਰ ਲਓ, ਇਹਨੂੰ R1 ਵੈਕਟਰ ਕਹਿ ਲਓ, R2 R1 - R2। ਠੀਕ ਹੈ, ਵੈਸੇ ਸਿੰਪਲੀ ਆਪਾਂ R ਆਫ 1 2 ਦੀ ਫਾਰਮ 'ਚ, ਕਿਉਂ ਸਕੇਲਰ ਹੈ ਆਪਾਂ ਇਹਨੂੰ ਸਿੰਪਲੀ ਹੈ ਜਿਹੜਾ ਰਿਪਰੈਜ਼ੈਂਟ ਕਰ ਰਹੇ ਹਾਂ। ਆਹ ਪੁਆਇੰਟ ਦੱਸੋ ਕਲੀਅਰ ਹੋਇਆ ਕਿ ਨਹੀਂ ਹੈ? ਠੀਕ ਹੈ ਜੀ, ਹੁਣ ਟੋਟਲ ਵਰਕ ਡਨ ਕਿੰਨਾ ਹੋ ਗਿਆ, ਦੋਵੇਂ ਚਾਰजेस ਨੂੰ ਲੈ ਕੇ ਆਉਣ ਲਈ। ਪਹਿਲੇ ਚਾਰਜ ਨੂੰ ਲੈ ਕੇ ਆਏ ਤਾਂ 0, ਦੂਸਰੇ ਚਾਰਜ ਨੂੰ ਲੈ ਕੇ ਆਏ ਤਾਂ Q1/4πε0 R ਆਫ 1 2। ਦਿਸ ਇਜ਼ ਦੀ ਟੋਟਲ ਅਮਾਊਂਟ ਆਫ ਦੀ ਵਰਕ ਡਨ। ਠੀਕ ਹੈ ਜੀ, ਸਿਸਟਮ ਆਫ ਚਾਰजेस ਵਾਸਤੇ ਜੇ ਅਸੀਂ ਸੋਲਵ ਕਰਨਾ ਹੈਗਾ ਤੇ ਆਪਣੇ ਕੋਲ ਕੀ ਹੋ ਜਾਊਗਾ, ਟੋਟਲ ਅਮਾਊਂਟ ਆਫ ਦੀ ਵਰਕ ਡਨ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਜੀ? ਠੀਕ ਹੈ ਜੀ, ਹੁਣ ਜਿਹੜਾ ਸਾਡੇ ਕੋਲੇ ਟੋਟਲ ਅਮਾਊਂਟ ਆਫ ਦੀ ਵਰਕ ਡਨ ਜਿਹੜਾ ਅਸੀਂ ਕੀਤਾ ਹੈ W ਆਫ ਇਨਫਿਨਿਟੀ ਟੂ B ਪੁਆਇੰਟ ਤੱਕ ਮੂਵ ਕਰਕੇ ਲੈ ਕੇ ਆਉਣ ਲਈ, Q2 ਨੂੰ ਮੂਵ ਕਰਕੇ ਲੈ ਕੇ ਆਏ ਸੀ, ਤਾਂ ਉੱਥੇ ਆਲਰੇਡੀ ਜਿਹੜਾ ਪੋਟੈਂਸ਼ੀਅਲ ਜਿਹੜੀ ਆਪਾਂ ਵੈਲਿਊ ਪੁੱਟ ਕੀਤੀ ਸੀ, ਆਪਾਂ ਕਿਹਾ ਸੀ Q1 ਚਾਰਜ ਆਲਰੇਡੀ ਪ੍ਰੈਜ਼ੈਂਟ ਹੈ, ਤਾਂ ਵੈਲਿਊ ਕਿੰਨੀ ਆਈ ਸੀ 1/4πε0 Q1/R ਆਫ 1 2। ਆਹ ਵੈਲਿਊ ਆਪਾਂ ਕੈਲਕੂਲੇਟ ਕਰ ਲਈ ਸੀ। ਤਾਂ ਟੋਟਲ ਵਰਕ ਡਨ ਜੇ ਮੰਨ ਲਓ ਇਨਫਿਨਿਟੀ B ਲਿਖ ਲਈਏ ਜਾਂ B ਲਿਖ ਲਈਏ ਤਾਂ ਆਪਣੇ ਕੋਲ ਕਹਿੰਦੇ ਬਰਾਬਰ ਹੋਇਆ Q2 ਨੂੰ ਉਧਰ ਜਾ ਕੇ ਮਲਟੀਪਲਾਈ ਕਰ ਦਈਏ। ਐਕਚੁਅਲ ਦੇ ਵਿੱਚ ਇਹ ਆਪਣੇ ਕੋਲ ਕੀ, ਇਹਨੂੰ ਆਪਾਂ V1 ਕਹਿ ਸਕਦੇ ਹਾਂ। ਠੀਕ ਹੈ ਜੀ, ਇਹਦਾ ਮਤਲਬ V1 × Q2 ਹੋ ਗਿਆ, ਜਾਂ ਆਪਾਂ ਇਹਨੂੰ ਲਿਖ ਸਕਦੇ ਹਾਂ 1/4πε0 Q1 Q2/R ਆਫ 1 2। ਠੀਕ ਹੈ ਜੀ, ਤਾਂ ਟੋਟਲ ਵਰਕ ਡਨ ਆਪਣੇ ਕੋਲ ਕਿੰਨਾ ਹੋ ਗਿਆ, 0 ਪਲੱਸ ਦਿਸ
ਇਹਦਾ ਮਤਲਬ ਇਹੀ ਆਪਣੇ ਕੋਲ ਕੀ ਹੋ ਗਿਆ, ਟੋਟਲ ਵਰਕ ਡਨ ਹੋ ਗਿਆ ਫॉर ਅ ਸਿਸਟਮ ਆਫ 2 ਚਾਰजेस। ਨੂਮੈਰੀਕਲ ਆਉਂਦੇ ਇਹਦੇ ਤੇ ਆਪਾਂ ਨੂੰ ਜਿਹੜਾ ਡੈਫੀਨੇਸ਼ਨ ਹੈ ਜਿਹੜੀ ਉਹ ਯਾਦ ਰੱਖਣੀ ਚਾਹੀਦੀ ਹੈ ਵੀ ਕਿਸੇ ਵੀ ਚਾਰਜ ਨੂੰ ਮੂਵ ਕਰਕੇ ਲੈ ਕੇ ਆਵਾਂਗੇ। ਇਹਦੇ ਵਿੱਚ ਜਿਹੜਾ ਸਾਰਾ ਆਪਣੇ ਕੋਲ ਇਹੀ ਚੀਜ਼ ਐਕਸਪਲੇਨ ਕੀਤੀ ਗਈ ਹੈ। ਠੀਕ ਹੈ ਜੀ। ਹੁਣ ਥੋੜਾ ਜਿਹਾ ਸਿਲੇਬਸ ਦੇ ਵਿੱਚ ਤਾਂ ਵੈਸੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਗਰੁੱਪ ਆਫ 2 ਚਾਰजेस ਲਿਖਿਆ। ਮੰਨ ਲਓ ਆਪਣੇ ਕੋਲ 2 ਦੀ ਥਾਂ ਤੇ 3 ਚਾਰਜ ਹੈਗੇ ਜਾਂ n ਚਾਰਜ, ਆਪਾਂ ਸਿੰਪਲੀਸਿਟੀ ਦੇ ਲਈ ਆਪਾਂ 2 ਚਾਰਜ 3 ਚਾਰਜ ਲੈ ਕੇ ਚੱਲਦੇ ਹਾਂ, ਉਹਨੂੰ ਜਿਹੜਾ ਐਕਸਟੈਂਡ ਕਰ ਲਾਂਗੇ। ਇਨਫਿਨਿਟੀ ਦੇ ਉੱਤੇ ਆਪਣੇ ਕੋਲ 3 ਚਾਰਜ ਪਏ, Q1 Q2 ਤੇ Q3। ਜਦੋਂ ਅਸੀਂ Q1 ਚਾਰਜ ਨੂੰ ਮੂਵ ਕਰਕੇ ਇੱਥੇ ਲੈ ਕੇ ਆਏ ਤਾਂ ਉਸ ਸਮੇਂ ਕੋਈ ਵੀ ਜਿਹੜਾ ਅਦਰ ਸੋਰਸ ਚਾਰਜ ਹੈ ਜਿਹੜਾ ਅਵੇਲੇਬਲ ਹੀ ਨਹੀਂ ਸੀ। ਠੀਕ ਹੈ ਜੀ। ਮੰਨ ਲਓ A ਪੁਆਇੰਟ ਦੇ, ਮੰਨ ਲਓ ਆਪਾਂ ਚਾਰਜਿਸ ਨੂੰ ਆ A ਪੁਆਇੰਟ ਹੈ ਜਿੱਥੇ ਅਸੀਂ ਮੂਵ ਕਰਕੇ ਲੈ ਕੇ ਆਏ, ਇੱਥੇ ਕੋਈ ਵੀ ਜਿਹੜਾ ਓਰੀਜਨ ਦੇ ਉੱਪਰ ਚਾਰਜ ਨਹੀਂ ਪਿਆ ਹੈਗਾ, ਇਸ ਲਈ ਵਰਕ ਡਨ ਹੈ ਜਿਹੜਾ ਇਨਫਿਨਿਟੀ ਟੂ A, ਮੈਂ WA ਲਿਖ ਲਿਆ। Q1 ਨੂੰ ਮੂਵ ਕਰਕੇ ਲੈ ਕੇ ਆਏ ਤਾਂ ਕਹਿੰਦੇ ਬਰਾਬਰ ਹੋਇਆ 0, ਕਿਉਂਕਿ ਕੋਈ ਵੀ ਜਿਹੜਾ ਉੱਥੇ ਅਵੇਲੇਬਲ ਨਹੀਂ ਹੈਗਾ ਸੀ। ਫਿਰ ਅਸੀਂ ਸੈਕਿੰਡ ਚਾਰਜ ਨੂੰ ਲੈ ਕੇ ਆਏ, ਮੰਨ ਲਓ B ਪੁਆਇੰਟ ਦੇ ਉੱਪਰ Q2 ਨੂੰ ਆਪਾਂ ਲੈ ਕੇ ਆਏ। ਠੀਕ ਹੈ ਜੀ। W ਆਫ B ਕਿਹੜੇ ਚਾਰਜ ਨੂੰ ਲੈ ਕੇ ਆਏ, Q2, ਤਾਂ ਕਿਹੜਾ ਚਾਰਜ ਅਵੇਲੇਬਲ ਸੀ, Q1 ਅਵੇਲੇਬਲ ਸੀ, ਤੇ ਪੁਆਇੰਟ ਚਾਰਜ ਕਰਕੇ ਜਿਹੜੀ ਫੀਲਡ ਜਨਰੇਟ ਹੋਊਗੀ ਮੰਨ ਲਓ ਉਹਨੂੰ ਅਸੀਂ ਕਹੀਏ V1। ਇਹਦਾ ਮਤਲਬ WB ਦੀ ਵੈਲਿਊ ਸਾਡੇ ਕੋਲ ਕਿੰਨੀ ਹੋਊਗੀ, WB ਦੀ ਵੈਲਿਊ ਆਪਣੇ ਕੋਲ ਹੋਗੀ V1 × Q2। ਕਹਿੰਦਾ ਮਤਲਬ 1/4πε0 Q1/R ਆਫ 1/2, ਕਿਉਂਕਿ ਜਿਹੜਾ ਇਸ ਕੇਸ ਦੇ ਵਿੱਚ ਸਾਨੂੰ ਪਤਾ ਫਾਰਮੂਲਾ ਪੋਟੈਂਸ਼ੀਅਲ ਦਾ 1/4πε0 Q/R। R ਆਪਣੇ ਕੋਲ ਕੀ ਹੁੰਦਾ, ਸੋਰਸ ਚਾਰਜ। ਸੋਰਸ ਚਾਰਜ ਕਿਹੜਾ ਇੱਥੇ Q1 ਹੈ, ਕਿਉਂਕਿ Q1 ਸੋਰਸ ਚਾਰਜ ਦੇ ਤੌਰ ਤੇ ਕੰਮ ਕਰ ਰਿਹਾ। Q2 ਜਿਹੜਾ ਪੁਆਇੰਟ ਆ ਉੱਥੇ ਲੈ ਕੇ ਆਏ, B ਪੁਆਇੰਟ ਤੱਕ ਦੀ ਜਿਹੜੀ ਦੂਰੀ ਹੈ R ਆਫ 1/2, ਇਹ ਦੋਵਾਂ ਦੇ ਵਿਚਕਾਰ ਦੀ ਦੂਰੀ ਹੈ। ਠੀਕ ਹੈ ਜੀ। ਇਹ ਤਾਂ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ, ਪਹਿਲਾਂ ਵੀ ਆਪਾਂ ਕਰ ਲਿਆ। ਹੁਣ ਮੰਨ ਲਓ ਤੁਸੀਂ ਇੱਕ ਤੀਸਰਾ ਚਾਰਜ ਵੀ ਹੈ ਜਿਹੜਾ ਮੂਵ ਕਰਕੇ ਤੁਸੀਂ ਲੈ ਕੇ ਆ ਗਏ। ਮੰਨ ਲਓ C ਪੁਆਇੰਟ ਦੇ ਉੱਪਰ ਤੁਸੀਂ Q3 ਚਾਰਜ ਮੂਵ ਕਰਕੇ ਲੈ ਕੇ ਆਏ। ਠੀਕ ਹੈ ਜੀ। C ਚਾਰਜ ਜਦੋਂ ਤੁਸੀਂ Q3 ਚਾਰਜ ਮੂਵ ਕਰਕੇ ਲੈ ਗਏ ਤਾਂ ਵਰਕ ਡਨ ਕਿੰਨਾ ਹੋਇਆ ਆਪਣੇ ਕੋਲੇ, ਉਹ ਹੋਇਆ W ਆਫ C। ਠੀਕ ਹੈ ਜੀ। ਡਿਵਾਈਡ ਬਾਈ ਕਿਹਨੂੰ ਮੂਵ ਕਰਕੇ ਲੈ ਕੇ ਆਏ, Q3। ਪਰ ਉਸ ਸਮੇਂ ਕਿਹੜੇ ਕਿਹੜੇ ਜਿਹੜੇ ਹੋਰ ਚਾਰਜ ਅਵੇਲੇਬਲ ਸੀ, Q1 ਵੀ ਹੈ ਜਿਹੜਾ ਸੋਰਸ ਚਾਰਜ ਦੇ ਤੌਰ ਤੇ ਕੰਮ ਕਰੇਗਾ, Q2 ਵੀ ਸੋਰਸ ਚਾਰਜ ਦੇ ਤੌਰ ਤੇ ਕੰਮ ਕਰੇਗਾ। ਇਸ ਲਈ ਦੋਵਾਂ ਦੀ ਅਲੱਗ-ਅਲੱਗ ਵੈਲਿਊ ਕੱਢ ਕੇ ਉਹਨੂੰ ਜੋੜ ਦੇਵਾਂਗੇ। ਠੀਕ ਹੈ ਜੀ। ਸਾਡੇ ਕੋਲੇ ਕੀ ਹੈ, ਇਹਦਾ ਮਤਲਬ ਜਿਹੜਾ ਟੋਟਲ ਪੋਟੈਂਸ਼ੀਅਲ ਹੈ ਸਾਡੇ ਕੋਲੇ V1 + V2, ਕਿਉਂਕਿ 2 ਚਾਰਜ ਅਵੇਲੇਬਲ ਸੀਗੇ। ਠੀਕ ਹੈ। ਇਹਦੀ ਵੈਲਿਊ ਹੋਗੀ Q1/4πε0। ਠੀਕ ਹੈ ਜੀ। Q1 ਤੇ ਇਹਦੇ ਵਿਚਕਾਰ ਦੀ ਦੂਰੀ R ਆਫ 1/3, R ਆਫ 1/3। ਜਦੋਂ ਇਹਨੂੰ ਅਸੀਂ ਮਲਟੀਪਲਾਈ ਕਰ ਦਿਆਂਗੇ ਤਾਂ ਆ ਚੀਜ਼ ਬਣ ਜੂਗੀ। ਇਹਨੂੰ ਉਧਰ ਜਾ ਕੇ ਮਲਟੀਪਲਾਈ ਕਰਾਂਗੇ ਤਾਂ Q1 Q3 / 4πε0 R ਆਫ 1/3। ਠੀਕ ਹੈ ਜੀ। 2 ਵਾਸਤੇ ਆਪਣੇ ਕੋਲ ਕੀ ਬਣ ਜੂਗਾ, Q2 / 4πε0 ਨਾਲ Q3, 2 ਤੇ 3 ਦੇ ਵਿਚਕਾਰ ਦੀ ਦੂਰੀ R ਆਫ 2/3। ਆ ਵੈਲਿਊ ਆਪਣੇ ਕੋਲ R ਆਫ 2/3। ਇਸ ਲਈ ਇਹ ਵਰਕ ਡਨ ਆਪਣੇ ਕੋਲ ਹੋ ਗਿਆ ਜਦੋਂ ਤੀਸਰੇ ਚਾਰਜ ਨੂੰ ਅਸੀਂ ਲੈ ਕੇ ਆਏ। ਟੋਟਲ ਵਰਕ ਡਨ ਕਿੰਨਾ ਹੋ ਗਿਆ ਫॉर ਅ ਸਿਸਟਮ ਆਫ 3 ਚਾਰਜ। ਜਦੋਂ ਪਹਿਲਾ ਲੈ ਕੇ ਆਏ ਚਾਰਜ ਉਦੋਂ ਵੈਲਿਊ 0, ਦੂਸਰਾ ਲੈ ਕੇ ਆਏ ਚਾਰਜ Q1 Q2 / 4πε0 R ਆਫ 1/2। ਜਦੋਂ ਤੀਸਰਾ ਚਾਰਜ ਲੈ ਕੇ ਆਏ Q1 Q3 / 4πε0 R ਆਫ 1/3 ਪਲੱਸ Q2 Q3 / 4πε0 R ਆਫ 2/3। ਠੀਕ ਹੈ ਜੀ। ਇਹ ਆਪਣੇ ਕੋਲ 3 ਚਾਰजेस ਵਾਸਤੇ ਜਿਹੜਾ ਅਸੀਂ ਐਕਸਪਲੇਨ ਕਰ ਰਹੇ। ਇਹਨੂੰ ਯਾਦ ਰੱਖਣ ਦੀ ਲੋੜ ਨਹੀਂ, ਬਸ ਜਿੰਨੇ ਵੀ ਆਪਾਂ ਚਾਰਜ, ਮੰਨ ਲਓ 4th ਚਾਰਜ ਲੈ ਕੇ ਆਵਾਂਗੇ ਤਾਂ ਆਪਣੇ ਕੋਲ ਕੀ ਉਹਦੇ ਵਾਸਤੇ 3 ਸੋਰਸ ਚਾਰਜ ਜਿਹੜੇ ਅਵੇਲੇਬਲ ਪਹਿਲਾਂ ਹੀ ਹੋਣਗੇ, Q1 Q2 ਤੇ Q3, ਜਿਹੜੇ ਅਲੱਗ-ਅਲੱਗ ਹੈ, ਜਿਹੜੇ ਉਹਦੇ ਵਾਸਤੇ ਪੋਟੈਂਸ਼ੀਅਲ ਦੀ ਵੈਲਿਊ ਰਿਪਰੈਜ਼ੈਂਟ ਕਰਨਗੇ ਤੇ ਨੈਟ ਪੋਟੈਂਸ਼ੀਅਲ ਉਹਨਾਂ ਦੇ ਸਮ ਦੇ ਬਰਾਬਰ ਹੋਊ ਕਿਉਂਕਿ ਸਕੇਲਰ ਕੁਆਂਟੀਟੀ ਹੈ। ਠੀਕ ਹੈ ਜੀ। 0 ਵਾਸਤੇ ਪਹਿਲੇ ਚਾਰਜ ਲੈ ਕੇ ਆਏ 0 ਵਰਕ, ਦੂਸਰਾ ਲੈ ਕੇ ਆਏ Q1 Q2 / 4πε0 R ਆਫ 1/2। ਜਦੋਂ ਤੀਸਰਾ ਚਾਰਜ ਲੈ ਕੇ ਆਏ ਤਾਂ 1 ਆਲਰੇਡੀ ਅਵੇਲੇਬਲ ਸੀਗਾ, 2 ਵੀ ਅਵੇਲੇਬਲ ਸੀਗਾ, ਤਾਂ ਆ ਆਪਣੇ ਕੋਲ ਵੈਲਿਊ 4th ਵਾਸਤੇ ਇਸੇ ਤਰ੍ਹਾਂ ਨਾਲ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ। ਠੀਕ ਹੈ ਜੀ। ਉਮੀਦ ਕਰਦਾ ਹਾਂ ਜਿਹੜਾ ਆਰਟੀਕਲ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ ਤੇ ਬਹੁਤ ਹੀ ਸਿੰਪਲ ਤੇ ਆਸਾਨ ਭਾਸ਼ਾ ਨਾਲ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਠੀਕ ਹੈ ਜੀ। ਪਲੀਜ਼ ਜਿਹੜੇ ਆਪਣੇ ਵੈਲਿਊਏਬਲ ਕਮੈਂਟਸ ਹੈ ਉਹ ਕਰੋ, ਵੀਡੀਓਜ਼ ਨੂੰ ਸ਼ੇਅਰ ਕਰੋ। ਠੀਕ ਹੈ ਜੀ। ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਜਿਹੜਾ ਆਪਣੇ ਕੋਲ ਕੀ ਇਹ
ਜਦੋਂ ਵੀ ਕੋਈ ਨਾ ਕੋਈ ਵੀਡੀਓਜ਼ ਪਾਈਆਂ ਜਾਂਦੀਆਂ ਉਹ ਤੁਹਾਡੇ ਤੱਕ ਆਸਾਨੀ ਨਾਲ ਆ ਜਿਹੜੀਆਂ ਉਹ ਪਹੁੰਚ ਸਕਣ। ਠੀਕ ਹੈ ਜੀ, ਧੰਨਵਾਦ।